ਗੁਰਸਨ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰਾਂ ਦੇ ਪਵਿੱਤਰ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਜੀ ਵਿਖੇ ਜਗਤ ਗੁਰੂ ਸਾਰੀ ਮਨੁੱਖਤਾ ਦੇ ਰਹਿਬਰ ਦਸਾਂ ਹੀ ਪਾਤਸ਼ਾਹਾਂ ਦੇ ਆਤਮੇ ਗਿਆਨ ਸਰੂਪ ਪ੍ਰਗਟ ਗੁਰਾਂ ਕੀ ਸਾਚੀ ਦੇਹ ਸ਼੍ਰੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਸਤਿਗੁਰੂ ਸਤਿਗੁਰਾਂ ਦੀ ਪਵਿੱਤਰ ਪਾਵਨ ਹਜ਼ੂਰੀ ਤਾਬਿਆ ਆਪ ਜੀ ਇਕੱਤਰ ਹੋਏ ਅਤੇ ਇਕੱਤਰ ਹੋ ਰਹੇ ਹੋ। ਅੰਮ੍ਰਿਤ ਵੇਲੇ ਵੱਡੀ ਪ੍ਰਭਾਤ ਤੋਂ ਹੀ ਨਿਤਨੇਮੀ ਪ੍ਰੇਮੀ ਸਿਦਕੀ ਗੁਰੂ ਕੇ ਗੁਰਸਿੱਖਾਂ ਨੇ ਰਲ ਮਿਲ ਕੇ ਮਹਾਰਾਜ ਜੀ ਦੇ ਪਵਿੱਤਰ ਦਰਬਾਰ ਦੀ ਸੇਵਾ ਨਿਤਨੇਮ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਗੁਰਬਾਣੀ ਕੀਰਤਨ ਸ੍ਰੀ ਆਸਾ ਜੀ ਦੀ ਵਾਰ ਦੇ ਨਾਲ ਜੁੜ ਕੇ ਲਾਹਾ ਲਿਆ ਹੈ। ਅਸਲੀ ਲਾਹਾ ਤੇ ਉਹਨਾਂ ਗੁਰਮੁਖਾਂ ਦੇ ਹਿੱਸੇ ਆਇਆ ਹੈ। ਗੁਰਬਾਣੀ ਸ਼ਬਦ ਵਿਚਾਰ ਤੇ ਇਸ ਲਈ ਹੈ ਕਿ ਸਾਨੂੰ ਵੀ ਵੱਡੀ ਪ੍ਰਭਾਤ ਜਾਗਣ ਵਾਸਤੇ ਉਤਸ਼ਾਹ ਤੇ ਪ੍ਰੇਮ ਬਣੇ। ਜੋ ਗੁਰੂ ਗਰੀਬ ਨਵਾਜ ਮਹਾਰਾਜ ਜੀ ਦਾ ਸਾਡੇ ਤਾਈਂ ਵਿਸ਼ੇਸ਼ ਹੁਕਮ ਹਦਾਇਤ ਖਾਸ ਆ। ਸ਼੍ਰੀ ਗੁਰੂ ਜੀ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਇਸ ਪਵਿੱਤਰ ਪਾਵਨ ਅਸਥਾਨ ਗੁਰਧਾਮ ਵਿਖੇ ਹਰ ਰੋਜ਼ ਗੁਰਬਾਣੀ ਦੀ ਲੜੀਵਾਰ ਕਥਾ ਆਪਾਂ ਵੱਖ-ਵੱਖ ਵਿਦਵਾਨ ਗੁਰਮੁਖ ਮਹਾਂਪੁਰਖ ਤਤਵੇਤਾ ਵਿਆਖਿਆਕਾਰ ਬੁਲਾਰੇ ਗੁਰਮੁਖ ਉਹਨਾਂ ਦੇ ਪਾਸੋਂ ਸਰਵਣ ਕਰਦੇ ਹਾਂ। ਅਖੰਡ ਮਹਾਰਾਜ ਦੀ ਬਾਣੀ ਦੀ ਕਥਾ ਇਸ ਪਵਿੱਤਰ ਪਾਵਨ ਅਸਥਾਨ ਤੇ ਹੁੰਦੀ ਹੈ। ਜਗਤ ਗੁਰੂ ਸ਼੍ਰੀ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਆਪ ਜੀ ਗੋਰਖ ਮਤੇ ਗਏ ਨੇ, ਜੋ ਬਾਅਦ ਵਿੱਚ ਔਰ ਹੁਣ ਨਾਨਕ ਮਤਾ ਸਦਾਉਂਦਾ ਹੈ। ਨਾਨਕ ਆਦ ਮਤੇ ਜੇ ਕੋਆ ਸ਼੍ਰੀ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਜਿਹੜੀਆਂ ਗੌੜੀ ਰਾਗ ਦੀਆਂ ਅਸ਼ਟਪਦੀਆਂ ਨੇ ਉੱਥੇ ਉਚਾਰਨ ਕੀਤੀਆਂ ਨੇ ਜੋਗੀਆਂ ਦੀ ਪ੍ਰਥਾਏ। ਇਹਨਾਂ ਨੂੰ ਸ਼ਬਦਾਂ ਨੂੰ ਬਗੌਰ ਧਿਆਨਪੂਰਵਕ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਸੋਝੀ ਹੁੰਦੀ ਹੈ ਅਖਰੀ ਅਰਥ ਪੜ੍ਹਨੇ ਦੇ ਹੀ ਕਿ ਮਹਾਰਾਜ ਜੀ ਨੇ ਅਧਿਆਤਮਿਕਤਾ ਦਾ ਜਿਹੜਾ ਸਿਖਰ ਆ ਧਰਮ ਦਾ ਰਹੱਸ ਆ ਉਹ ਮਹਾਰਾਜ ਜੀ ਨੇ ਇਹਨਾਂ ਸ਼ਬਦਾਂ ਦੇ ਵਿੱਚ ਤਰੁੱਠ ਕੇ ਬਿਆਨਿਆ ਹੈ। ਕਿਧਰੇ ਇਹ ਸ਼ਬਦ 2 ਤੁੱਕੇ ਹਨ, ਕਿਧਰੇ ਇਹ ਸ਼ਬਦ 3 ਤੁੱਕੇ ਹਨ। ਮਹਾਰਾਜ ਦੀ ਅੰਮ੍ਰਿਤ ਕਥਾ 'ਚ ਲਿਖਿਆ ਗਿਆਨੀ ਗਿਆਨ ਸਿੰਘ ਜੀ ਨੇ ਵੀ ਤਸਦੀਕ ਕੀਤੀ ਹੈ ਕਿ ਉੱਥੇ ਦਾ ਰਾਜਾ ਵੀ ਮਹਾਰਾਜ ਦਾ ਭਗਤ ਹੋ ਗਿਆ ਸੀ ਤੇ ਕਈ ਪਿੰਡ ਉਹਨੇ ਗੁਰੂ ਗਰੀਬ ਨਵਾਜ ਮਹਾਰਾਜ ਜੀ ਦੇ ਨਾਮ ਤੇ ਕੀਤੇ ਸਨ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਵੀ ਨਾਨਕ ਮਤੇ ਗਏ ਸਨ। ਉੱਥੇ ਮਹਾਰਾਜ ਨੇ ਇਹ ਜਿਹੜੇ ਸ਼ਬਦ ਨੇ ਉਹਨਾਂ ਜੋਗੀਆਂ ਦੀ ਪ੍ਰਥਾਏ ਉਚਾਰਨ ਕੀਤੇ। ਪ੍ਰਥਾਏ ਸਾਕੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਨੇ। ਮਹਾਂਪੁਰਖਾਂ ਕਾ ਬੋਲਣਾ ਹੋਵੇ ਕਿਤੇ ਪ੍ਰਥਾਏ, ਜਿਵੇਂ ਸਤਿਗੁਰਾਂ ਨੇ ਬਾਣੀ ਵਿੱਚ ਇਸ਼ਾਰੇ ਵੀ ਦਿੱਤੇ ਹਨ। ਸਾਰੇ ਸ਼ਬਦਾਂ ਦੀ ਉਥਾਨਕਾ ਨਹੀਂ ਸਮਝੀ ਜਾਂਦੀ, ਨਾ ਸਮਝੀ ਜਾ ਸਕਦੀ ਹੈ, ਪਰ ਸ਼ਬਦ ਉਥਾਨਕਾ ਤੋਂ ਬਿਨਾਂ ਹੁੰਦੇ ਨੇ ਐਸਾ ਵੀ ਕੋਈ ਸਾਰਥਕ ਵਿਚਾਰ ਨਹੀਂ ਹੈ। ਕੁਛ ਗੁਰਬਾਣੀ ਦੇ ਸ਼ਬਦ ਤਾਂ ਉਥਾਨਕਾ ਤੋਂ ਬਿਨਾਂ ਸਮਝੇ ਨਹੀਂ ਜਾ ਸਕਦੇ ਹਨ। ਜਿਵੇਂ ਮਹਾਰਾਜ ਜੀ ਨੇ ਆਵਨ 78 ਜਾਨ 97 ਹੋਰ ਵੀ ਉੱਠ ਸੀ ਮਰਦ ਕਾ ਚੇਲਾ, ਜਾਂ ਖੂਨ ਕੇ ਸੋਹਲੇ ਦਾ ਜ਼ਿਕਰ ਮਹਾਰਾਜ ਜੀ ਨੇ ਕੀਤਾ ਹੈ। ਫਿਰ ਕਾਬਲ ਤੋਂ ਆਉਣ ਦਾ ਜ਼ਿਕਰ ਕੀਤਾ, ਪਾਪ ਕੀ ਜੰਜ ਦਾ ਜ਼ਿਕਰ ਕੀਤਾ ਤੇ ਗੁਰੂ ਮਹਾਰਾਜ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਜੀ ਨੇ ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀ ਨਾ ਪਹੁੰਚੈ, ਸੁਲਹੀ ਹੋਏ ਮੂਆ ਨਾ ਪਾਕ। ਕੌਣ ਸੀ ਜਿਹਦੇ ਤੋਂ ਨਾਰਾਇਣ ਨੇ ਰੱਖਿਆ ਉਹ ਸੁਲਹੀ, ਕੌਣ ਸੀ ਜਿਹਦਾ ਹੱਥ ਕਿਧਰੇ ਨਹੀਂ ਪਹੁੰਚਿਆ ਤੇ ਨਾਪਾਕ ਹੋ ਕੇ ਮਰਿਆ। ਇਸਲਾਮ ਦੇ ਵਿੱਚ ਅੱਗ ਵਿੱਚ ਸੜ ਕੇ ਬੰਦੇ ਨੂੰ ਮਰੇ ਹੋਏ ਨੂੰ ਨਾਪਾਕ ਕਹਿੰਦੇ ਨੇ ਵੀ ਇਹ ਬੇਦੀਨ ਹੋ ਕੇ ਮਰਿਆ। ਤੋ ਇਸੇ ਪ੍ਰਕਾਰ ਮਹਾਰਾਜ ਜੀ ਦੀ ਬਾਣੀ ਨਿਸ਼ਚੈ ਹੀ ਸੋ ਇਹ ਧੁਰ ਕੀ ਇਲਾਹੀ ਖਸਮ ਕੀ ਅਕਾਲੀ ਬਾਣੀ ਸੱਚ ਕੀ ਬਾਣੀ ਹੈ। ਤੇ ਇਸੇ ਪ੍ਰਕਾਰ ਕਈ ਐਸੇ ਵੀ ਸਬੱਬ ਬਣਦੇ ਰਹੇ ਨੇ ਜਿੱਥੇ ਮਹਾਰਾਜ ਦੀ ਇਹ ਬਾਣੀ ਅਕਾਲ ਪੁਰਖ ਪਰਮਾਤਮਾ ਵੱਲੋਂ ਇਹ ਰੱਬੀ ਕਲਾਮ ਮਹਾਰਾਜ ਨੂੰ ਇਲਹਾਮ ਹੁੰਦੇ ਰਹੇ ਨੇ, ਹਾਸਲ ਹੁੰਦੇ ਰਹੇ ਨੇ। ਬਾਣੀ
ਇਸ ਪ੍ਰਕਾਰ ਪ੍ਰਗਟ ਹੁੰਦੀ ਆਈ ਹੈ। ਤੋ ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤਮਈ ਪ੍ਰਵਚਨ ਆਪਾਂ ਲੜੀਵਾਰ ਰੂਪ ਦੇ ਵਿੱਚ ਸਰਵਣ ਕਰਦੇ ਆ ਰਹੇ। ਮਹਾਰਾਜ ਜੀ ਦੀਆਂ 11 ਅਸ਼ਟਪਦੀਆਂ ਜਿਹੜੀਆਂ ਨੇ ਇਸ ਤੋਂ ਪਿਛਲੇ ਦੀਵਾਨਾਂ ਵਿੱਚ ਸਮਾਪਤ ਹੋਈਆਂ ਨੇ। ਅਗਲਾ ਸ਼ਬਦ ਬਹੁਤ ਹੀ ਸਨਮਾਨਯੋਗ ਗਿਆਨੀ ਜੀ ਨਾਲ ਨੇ ਸਾਨੂੰ ਸਾਰਿਆਂ ਨੂੰ ਗਰੀਬ ਨਵਾਜ ਮਹਾਰਾਜ ਜੀ ਦੀ ਅੰਮ੍ਰਿਤ ਗੁਰਬਾਣੀ ਵਿੱਚੋਂ ਸਰਵਣ ਕਰਵਾਇਆ। ਸ਼੍ਰੀ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਨੇ। ਗੌੜੀ ਮਹੱਲਾ ਪਹਿਲਾ, ਹਠ ਕਰ ਮਰੈ ਨਾ ਲੇਖੈ ਪਾਵੈ। ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜੋਗੀਆਂ ਨੂੰ ਕਹਿੰਦੇ ਕਿ ਤੁਹਾਡੇ ਘਰ ਵਿੱਚ ਹਠ ਜੋਗ ਆ, ਸਾਡੇ ਵਿੱਚ ਗੁਰਮਤਿ ਰਾਜ ਜੋਗ ਹੈ। ਗੁਰੂ ਦੀ ਮੱਤ ਦੁਆਰਾ ਰਾਜ ਜੋਗ ਤਾਂ ਹੋਰਨਾਂ ਦੇ ਵੀ ਹਨ, ਗੁਰੂ ਘਰ ਦਾ ਗੁਰਮਤਿ ਰਾਜ ਜੋਗ ਹੈ, ਜਿਹਦਾ ਜ਼ਿਕਰ ਮਹਾਰਾਜ ਨੇ ਸ੍ਰੀ ਜਪਜੀ ਸਾਹਿਬ ਜੀ ਦੀਆਂ ਸੋਦਰ ਤੋਂ ਬਾਅਦ ਵਾਲੀਆਂ ਪੌੜੀਆਂ ਦੇ ਵਿੱਚ ਮੁੰਦਾ, ਸੰਤੋਖ, ਭੁਗਤ, ਗਿਆਨ ਇਤਿਆਦਿ ਵਿੱਚ ਜ਼ਿਕਰ ਕੀਤਾ ਹੈ। ਇਸ ਤੋਂ ਛੁੱਟ ਹੋਰ ਪੜ੍ਹਨਾ ਹੋਵੇ ਤਾਂ ਰਾਮਕਲੀ ਰਾਗ ਸਾਡੇ ਬਜ਼ੁਰਗ ਮਹਾਂਪੁਰਖ ਉਸਤਾਦ ਪੜ੍ਹਾਇਆ ਕਰਦੇ ਸੀ ਕਿ ਇਹ ਜੋਗੀਆਂ ਦਾ ਰਾਗ ਹੈ। ਬਹੁਤ ਸਾਰੇ ਸ਼ਬਦ ਮਹਾਰਾਜ ਨੇ ਰਾਮਕਲੀ ਰਾਗ ਦੇ ਵਿੱਚ ਜੋਗੀਆਂ ਦੀ ਪ੍ਰਥਾਏ, ਸਿੱਧਾਂ ਦੀ ਪ੍ਰਥਾਏ ਉਚਾਰਨ ਕੀਤੇ ਨੇ। ਉਹ ਬਕਾਇਦਾ ਸਿੱਧ ਗੋਸ਼ਟ ਬਾਣੀ ਜਿਹੜੀ ਹੈ ਉਹ ਵੀ ਮਹਾਰਾਜ ਨੇ ਰਾਮਕਲੀ ਦੇ ਵਿੱਚ ਉਚਾਰਨ ਕੀਤੀ। ਤਲੰਗ ਮੁਸਲਮਾਨਾਂ ਦਾ ਰਾਗ ਆ। ਤੋ ਇਸੇ ਪ੍ਰਕਾਰ ਗਰੀਬ ਨਵਾਜ ਮਹਾਰਾਜ ਜੀ ਨੇ ਬਹੁਤ ਸਾਰੇ ਉਪਦੇਸ਼ ਇਹਨਾਂ ਦੀ ਬਾਬਤ ਆਖੇ ਜੋ ਗੁਰਮਤਿ ਰਾਜ ਜੋਗ ਹੈ। ਸੋ ਘਰ ਵਿੱਚ ਰਹਿ ਕੇ ਜੋਗ, ਨਾਨਕ ਘਰ ਹੀ ਬੈਠਿਆਂ ਸਹੁ ਮਿਲੈ ਜੇ ਨੀਅਤ ਰਾਸ ਕਰੇ। ਸਤਿਗੁਰੂ ਕਹਿੰਦੇ ਜੇ ਕੋਈ ਹੱਠ ਕਰਕੇ ਮਰ ਜਾਵੇ ਤੇ ਉਹ ਇਹ ਨਾ ਸੋਚੇ ਕਿ ਮੈਂ ਪ੍ਰਮਾਤਮਾ ਦੀ ਦਰਗਾਹ ਵਿੱਚ ਕਬੂਲ ਹੋ ਗਿਆ, ਸਗੋਂ ਮਨ ਹੱਠ ਕੇ ਨਾ ਪਾਇਓ ਸਭ ਥੱਕੇ ਕਰਮ ਕਮਾਏ। ਮਨ ਹੱਠ ਭੇਖ ਕਰ ਭਰਮ ਦੇ ਦੁੱਖ ਪਾਇਆ ਦੂਜੈ ਭਾਏ, ਮਹਾਰਾਜ ਜੀ ਨੇ ਆਖਿਆ। ਬੜੀ ਰਹੱਸਮਈ ਬਾਤ ਹੈ ਕਿ ਮਹਾਰਾਜ ਨੇ ਬਾਣੀ 'ਚ ਆਖਿਆ ਕਿ ਇੱਕ ਸੇਵਕ ਗੁਰ ਪਾਸ ਇੱਕ ਗੁਰ ਕਾਰੈ ਲਾਈਆ। ਕਈ ਵਾਰੀ ਪਰਮਾਤਮਾ ਦੀ ਰਜ਼ਾ ਵੀ ਇਹਦੇ ਵਿੱਚ ਹੁੰਦੀ ਹੈ ਕਿ ਉਹਨੇ ਸਾਨੂੰ ਆਪਣਾ ਦਰਸ਼ਨ ਨਹੀਂ ਦਿੱਤਾ ਹੁੰਦਾ, ਨੇੜੇ ਨਹੀਂ ਕੀਤਾ ਹੁੰਦਾ, ਇਹ ਵੀ ਉਹਦੀ ਮੌਜ ਹੀ ਆ। ਇਹ ਮੁਹੱਬਤ ਦਾ ਸਿਖਰ ਹੈ ਕਿ ਕੋਈ ਮੁਹੱਬਤ ਵਾਲਾ ਕਹੇ ਕਿ ਤੇਰੀ ਖੁਸ਼ੀ ਲਈ ਮੈਂ ਤੇਰੇ ਤੋਂ ਵੀ ਦੂਰ ਹਾਂ, ਕੋਈ ਗੱਲ ਨਹੀਂ, ਮੈਨੂੰ ਇਹ ਵੀ ਪ੍ਰਵਾਨ ਆ। ਜੇ ਪਰਮਾਤਮਾ ਦਾ ਦਰਸ਼ਨ ਨਹੀਂ ਹੋਇਆ, ਮਨ ਨਹੀਂ ਟਿਕਦਾ, ਰਸ ਨਹੀਂ ਆਉਂਦਾ, ਤੇ ਐਸਾ ਨਾ ਹੋਵੇ ਕਿ ਕੋਈ ਹੋਰ ਮਾਨਸਿਕ ਤੌਰ ਤੇ ਪੀੜਤ ਹੋ ਜੇ, ਇਹਨੂੰ ਵੀ ਰੱਬ ਦੀ ਰਜ਼ਾ ਹੀ ਸਮਝੇ, ਮੌਜ ਹੀ ਸਮਝੇ। ਜੇ ਪਦਾਰਥ ਨਹੀਂ ਮਿਲੇ ਤਾਂ ਵੀ ਸਬਰ ਸੰਤੋਖ, ਜੇ ਪਰਮਾਤਮਾ ਨਹੀਂ ਮਿਲਿਆ ਤਾਂ ਵੀ ਸਬਰ ਸੰਤੋਖ, ਜੇ ਧਨ ਨਹੀਂ ਮਿਲਿਆ ਤਾਂ ਵੀ ਸਬਰ ਸੰਤੋਖ, ਜੇ ਧਰਮ ਦਾ ਰਹੱਸ ਵੀ ਹਾਸਲ ਨਹੀਂ ਹੁੰਦਾ ਤਾਂ ਵੀ ਸਬਰ ਸੰਤੋਖ। ਉਹ ਸਬਰ ਸੰਤੋਖ ਵਿੱਚੋਂ ਹੀ ਛਿਨ ਮਾਤਰ ਸਮੇਂ ਵਿੱਚ ਪਰਮਾਤਮਾ ਦੀ ਹੋਂਦ ਪ੍ਰਗਟ ਹੋ ਜਾਂਦੀ ਹੈ। ਉਹਦੀ ਰਜ਼ਾ ਵਿੱਚ ਰਹਿਣਾ, ਹੱਠ ਨਹੀਂ ਕਰਨਾ। ਹੱਠ ਦੇ ਨਾਲ ਮਰਿਆ ਹੋਇਆ ਕੋਈ ਮਨੁੱਖ ਪਰਮਾਤਮਾ ਦੇ ਲੇਖੇ ਨਹੀਂ ਲੱਗਦਾ। ਮਹਾਰਾਜ ਨੇ ਆਖਿਆ ਆਤਮਘਾਤੀ ਹੈ ਜਗਤ ਕਸਾਈ। ਉਹ ਜਗਤ ਕਸਾਈ ਸਾਰੇ ਸੰਸਾਰ ਦਾ ਬੁੱਚੜ ਹੈ ਜਿਹੜਾ ਮਨੁੱਖ ਆਤਮਘਾਤ ਕਰਦਾ, ਸੁਸਾਈਡ ਕਰਦਾ, ਆਤਮ ਹੱਤਿਆ ਕਰਦਾ ਹੈ। ਤੋ ਇਸੇ ਪ੍ਰਕਾਰ ਮਹਾਰਾਜ ਨੇ ਤਾਂ ਹੀ ਸਤੀ ਕੋ ਪ੍ਰਥਾ ਜਿਹੜੀ ਸੀਗੀ ਉਹਦਾ ਡਟ ਕੇ ਵਿਰੋਧ ਕੀਤਾ। ਆਪ ਜੀ ਜਾਣ ਕੇ ਹੈਰਾਨ ਹੋਵੋਗੇ, ਭਾਰਤ ਵਰਸ਼ ਵਿੱਚ ਪਹਿਲਾ ਜਿਹੜਾ ਵਿਧਵਾ ਵਿਆਹ ਹੈ ਉਹ ਗੁਰੂ ਮਹਾਰਾਜ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਕੀਤਾ ਭਾਈ ਸੱਚਨ ਸੱਚ ਦੇ ਨਾਲ। ਉਸ ਤੋਂ ਪਹਿਲਾਂ ਵਿਧਵਾ ਵਿਆਹ ਦਾ ਕੋਈ ਜ਼ਿਕਰ ਨਹੀਂ। ਤੋ ਇਸੇ ਪ੍ਰਕਾਰ ਧਰਮ ਦੀ ਦੁਨੀਆ ਵਿੱਚ ਵੀ ਹੱਠ ਕਰਕੇ ਨਹੀਂ ਮਰਨਾ, ਔਰ ਸਮਾਜ ਵਿੱਚ, ਸੰਸਾਰ ਵਿੱਚ ਵੀ ਸਤੀ ਕੋ ਪ੍ਰਥਾ ਦਾ ਮਹਾਰਾਜ ਜੀ ਨੇ ਡਟ ਕੇ ਵਿਰੋਧ ਕੀਤਾ। ਜਦੋਂ ਮਨੁੱਖ ਹਿੰਸਕ ਹੋ ਜਾਂਦਾ ਉਹ ਹਰੇਕ ਨਾਲ ਹਿੰਸਾ ਕਰਦਾ, ਆਪਣੇ ਸਰੀਰ ਨਾਲ, ਆਪਣੇ ਇੰਦਰੀਆਂ ਨਾਲ, ਆਪਣੇ ਚਿੱਤ ਦੀ ਬਿਰਤੀ ਨਾਲ, ਆਪਣੀ ਰਸਨਾ ਨਾਲ ਵੀ ਹਿੰਸਾ ਕਰਦਾ। ਉਹ ਖਾਵੇਗਾ ਵੀ ਤੇ ਬਹੁਤ ਕਸੈਲਾ, ਬਹੁਤ ਕੌੜਾ। ਜੇ ਮਿੱਠਾ ਵੀ ਖਾਵੇਗਾ ਕਿ ਇਤਨਾ ਮਿੱਠਾ ਕਿ ਬੁੱਲ ਵੀ ਜੁੜ ਜਾਣ। ਜੇ ਠੰਡਾ ਖਾਵੇਗਾ ਇਤਨਾ ਠੰਡਾ ਕਿ ਲੋਹੇ ਦੇ ਬਰਤਨ ਨੂੰ ਵੀ ਤਰੇਲੀ ਆਵੇ। ਜੇ ਗਰਮ ਖਾਵੇਗਾ ਇਤਨਾ ਗਰਮ ਕਿ ਮਿਹਦੇ ਵਿੱਚ ਵੀ ਤਾਕਤ ਨਾ ਰਹੇ ਉਹਨੂੰ ਹਜ਼ਮ ਕਰਨ ਦੀ। ਇਹ ਹਿੰਸਾ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਘਰ ਸਹਿਜ ਵਾਲਾ ਘਰ ਆ। ਖਾਣ ਪੀਣ, ਪਹਿਰਾਨ, ਭਾਉ ਭਗਤੀ
ਨਾਮ ਜਪਣਾ ਵੀ ਸਹਿਜ ਵਿੱਚ, ਸਭ ਕੁਝ ਸਹਿਜ ਵਿੱਚ। ਇਹੋ ਤਾਂ ਗੁਰਮਤਿ ਰਾਜ ਜੋਗ ਹੈ ਭਾਈ। ਮਹਾਰਾਜ ਕਹਿੰਦੇ ਹੱਠ ਕਰ ਮਰੈ ਨਾ ਲੇਖੈ ਪਾਵੈ। ਉਹ ਵੀ ਰੱਬ ਦੇ ਲੇਖੇ ਵਿੱਚ ਨਹੀਂ ਪੈਂਦਾ ਜੋ ਹੱਠ ਕਰਕੇ ਮਰਦਾ। ਇਹ ਨਾ ਸੋਚੇ ਕਿ ਮੈਂ ਪ੍ਰਮਾਣ ਚੜ੍ਹ ਗਿਆ, ਨਾ ਭਾਈ, ਹੱਠ ਨਹੀਂ। ਵੇਸ ਕਰੈ ਬਹੁ ਭਸਮ ਲਗਾਵੈ। ਕੋਈ ਬਹੁਤ ਸਾਰੇ ਵੇਸ ਕਰੇ ਤੇ ਸਰੀਰ ਤੇ ਭਸਮ ਲਗਾ ਲਵੇ, ਕਿਉਂਕਿ ਵੇਸ ਬਹੁਤ ਹੁੰਦੇ ਨੇ। ਬਹੁਤ ਸਾਰੇ ਟੀਕਾਕਾਰਾਂ ਨੇ ਇਹਦਾ ਵਿਸ਼ਰਾਮ ਕਰਿਆ ਤੇ ਲਾਇਆ, ਪਰ ਬਹੁਤੇ ਬਣੇਗਾ। ਭਸਮ ਜਿਹੜੀ ਹੈ, ਭੂਮ ਮਸਾਣ ਕੀ ਭਸਮ ਲਗਾਈ, ਮਹਾਰਾਜ ਨੇ ਬਾਣੀ 'ਚ ਆਖਿਆ। ਮਸਾਣਾ ਮੜੀਆਂ ਦੀ ਭਸਮ ਲੈ ਕੇ ਉਹਨੂੰ ਕੱਪੜ ਛਾਣ ਕਰ ਲੈਂਦੇ ਨੇ ਤੇ ਉਹ ਆਪਣੇ ਸਰੀਰ ਤੇ ਸਵਾਹ ਮਲਦੇ ਨੇ। ਭਾਰਤ ਵਿੱਚ ਇੱਕ ਸੰਪਰਦਾਇ ਹੈ ਅਘੋਰੀਆਂ ਦੀ ਸੰਪਰਦਾਇ। ਉਹ ਮਸਾਣਾਂ ਦੇ ਵਿੱਚ, ਮੜੀਆਂ ਦੇ ਵਿੱਚ ਰਹਿੰਦੇ ਨੇ। ਸਾਰੀ ਦੀ ਸਾਰੀ ਸਾਧਨਾ ਹੀ ਉਹਨਾਂ ਦੀ ਇਸ ਪ੍ਰਕਾਰ ਦੀ ਹੈ, ਸਾਰੀ ਦੀ ਸਾਰੀ ਸਾਧਨਾ। ਉਹਦੇ ਨਾਮ ਤੇ ਬਹੁਤ ਸਾਰੇ ਪਖੰਡ ਵੀ ਹੁੰਦੇ ਨੇ, ਪਰ ਉਹ ਤੇ ਇੱਕ ਹੋਰ ਹੀ ਰਹੱਸ ਹੈਗਾ। ਤੇ ਐਸਾ ਰਹੱਸ ਗੁਰਮਤਿ ਵਿੱਚ ਵੀ ਹੈ। ਤੁਸੀਂ ਜਾਣ ਕੇ ਹੈਰਾਨ ਹੋਵੋਗੇ, ਜਿਨ੍ਹਾਂ ਨੂੰ ਸੋਝੀ ਨਹੀਂ। ਵੈਸੇ ਤਾਂ ਹੋਣੀ ਚਾਹੀਦੀ ਘੱਟੋ ਘੱਟ ਇੰਨੀ ਕੁ ਤਾਂ ਜ਼ਰੂਰ, ਕਿ ਗੁਰਮਤਿ ਦੇ ਵਿੱਚ 5 ਸੰਸਕਾਰ ਨੇ। ਸਿੱਖ ਧਰਮ ਦੇ ਵਿੱਚ ਜਨਮ ਤੋਂ ਲੈ ਕੇ ਅਖੀਰਲਾ ਅੰਤਮ ਸੰਸਕਾਰ ਹੈ। ਪ੍ਰਾਣੀ ਦਾ ਜਦੋਂ ਸੰਸਾਰ ਤੋਂ ਪਿਆਨਾ ਹੋ ਜਾਵੇ, ਸੁਤੇ ਸੇ ਦੋ ਦਾ ਇਸ਼ਨਾਨ ਕਰਾਉਣਾ, ਸਭ ਬਸਤਰ ਉਹਨੂੰ ਲੈ ਕੇ ਜਾਣਾ, ਖੱਫਣ ਨਹੀਂ ਪਾਉਣਾ। ਜੈਸੇ ਉਹਨੇ ਬਸਤਰ ਪਾਏ ਨੇ, ਧਾਰਨ ਕੀਤੇ ਨੇ, ਵੈਸੇ ਬਸਤਰ, ਕਮਰ ਕੱਸਾ, ਦਸਤਾਰ, ਕਕਾਰਾਂ ਦੇ ਸਮੇਤ ਉਹਨੂੰ ਲੈ ਕੇ ਜਾਣਾ। ਫਿਰ ਜਦੋਂ ਸਰੀਰ ਨੂੰ ਅਗਨ ਭੇਟ ਕਰਨਾ, ਗੁਰੂ ਘਰ ਵੱਲ, ਮੁਰਦੇ ਵੱਲ ਨਹੀਂ, ਗੁਰੂ ਘਰ ਵੱਲ ਮੋਹ ਕਰਕੇ ਅਰਦਾਸ ਕਰਨੀ, ਜਪਜੀ ਸਾਹਿਬ ਜੀ ਦਾ ਪਾਠ ਕਰਨਾ। ਤਦੋਂ ਤੱਕ ਨੂੰ ਅੱਧਾ ਸਰੀਰ ਅਗਨ ਭੇਟ ਹੋ ਜਾਂਦਾ। ਫਿਰ ਉੱਥੇ ਗੁਰੂ ਘਰ ਵੱਲ ਮੋਹ ਕਰਕੇ ਸੋਹਲੇ ਦੀ ਬਾਣੀ ਦਾ ਜਾਪ ਕਰਨਾ, ਅਰਦਾਸ ਕਰਕੇ ਵਾਪਸ ਆ ਜਾਣਾ। ਫਿਰ ਗੁਰੂ ਘਰ ਦੇ ਵਿੱਚ ਅਲਾਣੀਆਂ ਦਾ ਪਾਠ, ਜੇ ਸਹਿਜ ਪਾਠ ਆਰੰਭ ਹੋਣਾ ਤੇ ਉੱਥੇ ਕਰ ਲੈਣਾ ਉਸੇ ਅਰਦਾਸ ਦੇ ਨਾਲ। ਅਖੰਡ ਪਾਠ ਸਾਹਿਬ ਕਰਨਾ ਤੇ ਫਿਰ 8ਵੇਂ ਆਰੰਭ ਕਰਕੇ 10ਵੇਂ ਦੇ ਭੋਗ ਪਾਉਣਾ, ਦੁਸਹਿਰਾ ਮਨਾਉਣਾ। ਕੋਈ ਗੁਰਮੁਖ ਮਹਾਂਪੁਰਖ ਬਜ਼ੁਰਗ ਲੋਕ ਨੇ, ਹੁਣ ਸੰਸਾਰ ਤੇ ਨਹੀਂ ਰਹੇ, ਬਹੁਤ ਮੋਹ ਜਿਹਾ ਕਰਦੇ ਸੀ ਮੇਰੇ ਨਾਲ ਬਚਪਨ ਤੋਂ ਹੀ। ਤੇ ਕਹਿੰਦੇ ਵੀ ਜੇ ਮੈਂ ਚੜ੍ਹਾਈ ਕਰਾਂ ਤੇ ਆਈ। ਚਲੋ ਮੈਂ ਗਿਆ ਤੇ ਇਹ ਮਰਜ਼ਾਦਾ ਨਿਭਾਈ। ਉੱਥੋਂ ਮੈਂ ਚੱਦਰ ਲਈ ਜਿਹੜੀ ਉਹਨੇ ਸਰੀਰ ਤੇ ਪਾਈ ਸੀ। ਸੰਗਤ ਨੇ ਸੋਹਲੇ ਦੀ ਬਾਣੀ ਦਾ ਪਾਠ ਕੀਤਾ। ਉਹ ਸ਼ਮਸ਼ਾਨ ਭੂਮੀ ਵਿੱਚ ਅਘੋਰੀ ਸੰਪਰਦਾ ਦੇ ਕੋਈ ਰੱਬ ਦੇ ਪਿਆਰੇ ਰਹਿੰਦੇ ਸਨ। ਇਹ ਮਸਾਣਾ ਵਿੱਚ ਹੀ ਰਹਿੰਦੇ ਨੇ ਸਾਧੂ ਜਿਹੜੇ ਅਘੋਰੀ ਸੰਪਰਦਾਇ। ਸ਼ਿਵ ਜੀ ਦਾ ਇੱਕ ਅਵਤਾਰ ਆ ਵੈਸੇ, ਤੇ ਉਹਦੀ ਇਹ ਪੂਜਾ ਉਪਾਸਨਾ ਕਰਦੇ ਨੇ। ਸ਼ਾਇਦ ਆਪ ਜੀ ਇਹਦੇ ਬਾਰੇ ਜਾਣਦੇ ਹੋਵੋ। ਬੜਾ ਇਹਦੇ ਨਾਮ ਤੇ ਪਖੰਡ ਵੀ ਚੱਲਦਾ, ਪਰ ਇਹ ਅਧਿਆਤਮ ਆ, ਪਖੰਡ ਨਹੀਂ ਹੈਗਾ। ਜਿਹੜਾ ਪਖੰਡ ਕਰਦਾ ਉਹਨੂੰ ਪਖੰਡ ਹੀ ਸਮਝੋ, ਉਹਦੇ ਮਗਰ ਲੱਗਣ ਦੀ ਲੋੜ ਨਹੀਂ। ਉਹ ਸਾਰਾ ਇਹ ਰਸਮੂਆਤ ਬਗੌਰ ਦੇਖਦੇ ਸਨ, ਧਿਆਨਪੂਰਵਕ ਦੇਖਦੇ ਸਨ। ਮਿਲਣਾ ਚਾਹੁੰਦੇ, ਮਿਲਿਆ। ਚਲੋ ਪੁੱਛਿਆ ਉਹਨਾਂ ਨੇ ਕਿ ਤੁਹਾਡੇ ਘਰ ਦੀ ਕੀ ਰਹੋ ਰੀਤੀ ਹੈ। ਅਸੀਂ ਦੱਸਿਆ ਵੀ ਸਾਡੇ ਘਰ ਦੀ ਇਹ ਰਹੋ ਰੀਤੀ ਹੈ, ਅੰਤਮ ਸੰਸਕਾਰ ਪਰਮੇਸ਼ਰ ਦੇ ਭਾਣੇ ਵਿੱਚ। ਕਹਿੰਦੇ ਤਾਂ ਸਾਡਾ ਲੱਗਦਾ ਹੈ ਕਿ ਸਾਡਾ ਵਰਤੋਂ ਵਿਹਾਰ ਹੋਵੇਗਾ। ਮੈਂ ਕਿਹਾ ਨਹੀਂ, ਸਾਡੇ ਘਰ ਦੀ ਆਪਣੀ ਰਹੋ ਰੀਤੀ, ਤੁਹਾਡੇ ਘਰ ਦੀ ਆਪਣੀ ਰਹੋ ਰੀਤੀ। ਇਹ ਅਘੋਰੀ ਸੰਪਰਦਾਇ ਦੇ ਲੋਕ ਸਰੀਰ ਤੇ ਭਸਮ ਲਗਾਉਂਦੇ ਨੇ, ਸਵਾਹ ਮਲਦੇ ਨੇ। ਵੇਖੇ ਹੋਣਗੇ ਤੁਸੀਂ ਬਾਜ਼ਾਰਾਂ ਦੇ ਵਿੱਚ ਹੱਡੀਆਂ ਇਤਿਆਦਿਕ ਵੀ ਖਾਂਦੇ, ਚਬਾਉਂਦੇ, ਭੂਤਾਂ ਪ੍ਰੇਤਾਂ ਦਾ ਆਰਾਧਨ ਕਰਦੇ ਨੇ। ਸਾਕਤ ਵੀ ਕਹਿੰਦੇ ਨੇ ਇਹ ਸੰਪਰਦਾਇ ਨੂੰ, ਜੋ ਸ਼ਕਤੀ ਦੇ ਉਪਾਸ਼ਕ ਨੇ। ਮਹਾਰਾਜ ਕਹਿੰਦੇ ਵੇਸ ਕਰੈ ਬਹੁ ਭਸਮ ਲਗਾਵੈ। ਇਹ ਬਹੁਤੀ ਭਸਮ ਨਹੀਂ ਲਗਾਉਂਦੇ, ਥੋੜੀ ਥੋੜੀ ਭਸਮ ਲਗਾਉਂਦੇ ਨੇ। ਮਸਾਣਾ ਦੀ ਭਸਮ ਲੈ ਕੇ ਜਿੱਥੇ ਮੁਰਦੇ ਸਾੜੇ ਜਾਂਦੇ, ਕੱਪੜੇ ਨਾਲ ਛਾਣ ਲੈਂਦੇ ਨੇ ਤੇ ਛਾਣੀ ਹੋਈ ਬੜੀ ਸੂਖਸ਼ਮ ਜਿਹੀ ਹੁੰਦੀ ਆ, ਉਹਨੂੰ ਆਪਣੇ ਸਰੀਰ ਤੇ ਮਲਦੇ। ਮਹਾਰਾਜ ਕਹਿੰਦੇ ਇਵੇਂ ਵੀ ਰੱਬ ਨਹੀਂ ਮਿਲਦਾ। ਬਹੁਤ ਸਾਰੇ ਕੋਈ ਵੇਸ ਲਿਬਾਸ ਕਰੇ, ਕਦੀ ਕੋਈ ਲਿਬਾਸ ਬਣਾ ਲਿਆ, ਕਦੀ ਕੋਈ ਲਿਬਾਸ ਬਣਾ ਲਿਆ। ਬਹੁਤੇ ਭੇਖ ਕਰੇ, ਭਿਖਿਆ ਕੋ ਕਿਤੇ ਉਧਰ ਭਰਨ ਕਹਿ ਤਾਈ। ਬਹੁਤੇ ਲੋਕ ਭਿਖਿਆ ਮੰਗਣ ਲਈ ਵੇਸ ਕਰਦੇ ਨੇ ਤੇ ਕਿੰਨੇ ਪੇਟ ਭਰਨ ਲਈ, ਗੁਜ਼ਾਰਾ ਕਰਨ ਲਈ ਵੇਖ ਧਾਰਨ ਕਰਦੇ ਨੇ। ਮਹਾਰਾਜ ਕਹਿੰਦੇ ਇਸ ਤਰ੍ਹਾਂ ਵੀ ਪਰਮਾਤਮ ਨਹੀਂ ਮਿਲਦਾ, ਸਗੋਂ ਨਾਮ ਵਿਸਾਰ ਬਹੁਰ ਪਛਤਾਵੈ। ਉਹ ਮਨੁੱਖ ਪਛਤਾਵੇਗਾ ਕੌਣ? ਪਿੱਛੇ ਜ਼ਿਕਰ ਕੀਤਾ, ਹੱਠ ਕਰ ਮਰਨ ਵਾਲਾ, ਵੇਸ ਕਰਨ ਵਾਲਾ ਬਹੁਤੇ, ਅਤੇ ਸਵਾਹ ਲਵਾਉਣ ਵਾਲਾ। ਜਿਹਨੇ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਉਹ ਪਛਤਾਵੇਗਾ। ਜੇ ਕੋਈ ਨਾਮ ਜਪਦਾ ਹੈ, ਮਨ ਹੀ ਨਾਲ ਝਗੜਾ, ਮਨ ਹੀ ਨਾਲ ਸੱਥ, ਮਨ ਹੀ ਮੰਝ ਸਮਾਏ,
ਤੇ ਹਠੀਆਂ ਜਪੀਆਂ ਤਪੀਆਂ ਦੀ ਕਮਾਈ ਦਾ ਧਿਆਨ ਧਰ ਕੇ ਅਸੀਂ ਸਤਨਾਮ ਸ੍ਰੀ ਵਾਹਿਗੁਰੂ ਬੋਲਦੇ ਹਾਂ। ਜੇ ਕੋਈ ਨਾਮ ਜਪਦਾ ਤੇ ਉਹਦਾ ਧਰਮ ਦਾ ਲਿਬਾਸ ਵੀ ਪ੍ਰਵਾਨਿਕ ਆ। ਜੇ ਕੋਈ ਨਾਮ ਜਪਦਾ ਤੇ ਭਾਵੇਂ ਇਕਾਂਤ ਉਪਰਾਮ ਵੀ ਰਹਿੰਦਾ, ਉਹਦਾ ਉੱਥੇ ਇਕਾਂਤ ਉਪਰਾਮ ਵਿੱਚ ਰਹਿਣਾ ਪ੍ਰਵਾਨਿਕ ਆ। ਮੇਨ ਗੱਲ ਤਾਂ ਨਾਮ ਹੈ ਭਾਈ। ਤੂੰ ਮਨ ਹਰ ਜੀਓ, ਤੂੰ ਮਨ ਸੂਖ। ਮਹਾਰਾਜ ਕਹਿੰਦੇ ਆ ਮੇਰੇ ਮਨ ਮਹਾਰਾਜ ਦੇ ਨਾਮ ਦਾ ਮੰਨਣ ਕਰ ਤਾਂ ਮੇਰੇ ਮਨ ਤੈਨੂੰ ਸੁੱਖ ਮਿਲੇਗਾ, ਤੇਰਾ ਸੁੱਖ ਵਿੱਚ ਵਾਸਾ ਹੋ ਜਾਵੇਗਾ, ਤੂੰ ਸੁੱਖ ਸਰੂਪ ਹੋ ਜਾਵੇਂਗਾ। ਨਾਮ ਵਿਸਾਰ ਸਹੇ ਜਮ ਦੁਖ। ਯਾਦ ਰੱਖੀ ਜੇ ਤੂੰ ਨਾਮ ਨੂੰ ਵਿਸਾਰਿਆ ਤੇ ਜਮਾਂ ਦੇ ਦੁੱਖ ਤੈਨੂੰ ਸਹਿਣੇ ਪੈਣੇ। ਕਿਆ ਸੋਵਹਿ ਨਾਮ ਵਿਸਾਰ ਗਾਫਲ ਕਹਿ ਲਿਆ, ਕਿਤੀ ਇਤ ਦਰਿਆਏ ਵੰਜਨ ਵਹਿੰਦਿਆ। ਬੋਹਿ ਥੜਾ ਹਰ ਚਰਨ ਮਨ ਚੜ ਲੰਗੀਐ, ਆਠ ਪਹਿਰ ਗੁਣ ਗਾਏ ਸਾਧੂ ਸੰਗੀਐ। ਨਾਮ ਨੂੰ ਵਿਸਾਰੇਗਾ ਤਾਂ ਦੁੱਖ ਹੀ ਦੁੱਖ ਨੇ, ਨਾਮ ਜਪੇਗਾ ਤੇ ਸੁੱਖ ਨੇ। ਬਾਰੀ ਤੌਰ ਤੇ ਭਾਵੇਂ ਜਿੰਨੀ ਮਰਜ਼ੀ ਗੁਰਬਤ, ਮੁਫਲਸੀ, ਗਰੀਬੀ, ਭੁੱਖਮਰੀ ਜਾਂ ਮੌਤ ਵੀ ਕਿਉਂ ਨਾ ਆ ਜਾਵੇ, ਜੇ ਨਾਮ ਹਿਰਦੇ ਵਿੱਚ ਨਹੀਂ, ਕੋਈ ਸੁੱਖ ਸਾਨੂੰ ਸੁਖੀ ਨਹੀਂ ਕਰ ਸਕਦਾ। ਜੇ ਨਾਮ ਹਿਰਦੇ ਵਿੱਚ ਆ, ਜੰਗਲਾਂ, ਕਾਨਾਂ, ਛੰਭਾਂ, ਉਜਾੜਾਂ, ਬੀਆਂ ਬਾਨਾਂ ਤੇ ਪਰਬਤਾਂ, ਪਹਾੜਾਂ ਵਿੱਚ, ਦਰਿਆਵਾਂ ਦੇ ਵਿੱਚ ਵੀ ਕਿਉਂ ਨਹੀਂ ਰਹਿੰਦੇ। ਜੇ ਹਿਰਦੇ ਵਿੱਚ ਮਹਾਰਾਜ ਦਾ ਨਾਮ ਹੈ ਫਿਰ ਆਨੰਦ ਹੀ ਆਨੰਦ ਆ। ਗੁਰੂ ਦਸਵੇਂ ਪਾਤਸ਼ਾਹ ਮਾਨ ਨੇ ਆਖਿਆ, ਨਾ ਸਾਜੋ ਨਾ ਬਾਜੋ ਨਾ ਫੌਜੋ ਨਾ ਫਰਸ਼, ਖੁਦਾਬੰਦ ਬਖਸ਼ੇਂਦੇ ਐਸ਼ੋ ਅਰਸ਼। ਅਰਸ਼ਾਂ ਦਾ ਐਸ਼ ਮਨੁੱਖ ਭੋਗਦੇ ਨੇ ਜੇ ਉਹਨਾਂ ਦੇ ਹਿਰਦੇ ਵਿੱਚ ਵਾਹਿਗੁਰੂ ਵਸਿਆ। ਬਾਹਰੀ ਤੌਰ ਤੇ ਭਾਵੇਂ ਉਹਨਾਂ ਦੇ ਕੋਲ ਫਰਸ਼, ਗਲੀਚਾ, ਚੱਦਰ, ਦਰੀ ਵਿਛਾਉਣਾ ਵੀ ਕੋਈ ਨਾ ਹੋਵੇ, ਜੇ ਹਿਰਦੇ ਵਿੱਚ ਨਾਮ ਨਹੀਂ ਤੇ ਮਹਾਰਾਜ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਸੇਜੜੀਆਂ ਸੋਇਨ ਹੀਰੇ ਲਾਲ ਜੁੜਨਦੀਆਂ, ਸੁੱਬਰ ਕੱਪੜ ਭੋਗ ਨਾਨਕ ਪਿਰੀ ਵੀ ਹੋਣੀ ਤਤੀਆਂ। ਕੋਈ ਸੋਨੇ ਦੀ ਸੇਜਾ ਤੇ ਸੌਂਦਾ ਹੋਵੇ ਔਰ ਉਹ ਸੇਜਾ ਤੇ ਹੀਰੇ ਦੀ ਜੜਤਕਾਰੀ ਕੀਤੀ ਹੋਵੇ, ਇੰਨੀ ਮਹਿੰਗੀ ਸੇਜਾ ਹੋਵੇ, ਜੇ ਹਿਰਦੇ ਵਿੱਚ ਨਾਮ ਨਹੀਂ ਤੇ ਮਨੁੱਖ ਫਿਰ ਵੀ ਤਪਦੇ ਨੇ। ਤਾਂ ਕਰਕੇ ਸੁੱਖ ਦੇਣ ਵਾਲਾ ਭਾਈ ਉਹਦਾ ਨਾਮ, ਨਾਮ ਤੋਂ ਬਿਨਾਂ ਕਿਧਰੇ ਸੁੱਖ ਨਹੀਂ। ਨਾਮ ਬਿਨਾਂ ਸੁੱਖ ਨਾਹੇ ਸਰ ਪਰ ਹਾਰਿਆ, ਸੁਖ ਨਾਹੀ ਰੇ ਹਰ ਭਗਤ ਬਿਨਾ, ਜੀਤ ਜਨਮ ਇਹੋ ਰਤਨ ਅਮੋਲਕ, ਸਾਧ ਸੰਗਤ ਜਪ ਇੱਕ ਖਿਨਾ। ਡਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ, ਅਨੇਕਾਂ ਹੀ ਗੁਰਬਾਣੀ ਵਿੱਚ ਪ੍ਰਮਾਣ। ਸੰਤੋ ਸੁਣੋ ਸੁਣੋ ਜਨ ਭਾਈ, ਗੁਰ ਕਾਢੀ ਬਾਹ ਕੋ ਕੀਜੈ। ਜੇ ਆਤਮ ਕੋ ਸੁਖ ਸੁਖ ਨਿਤ ਲੋੜੋ, ਤਾਂ ਸਤਿਗੁਰ ਸਰਣ ਪਵੀਜੈ। ਜੋ ਸੁਖ ਕੋ ਚਾਹੇ ਸਦਾ ਸਰਨ ਰਾਮ ਕੀ ਲੇਹ। ਤੋ ਐਸੀ ਬਹੁਤ ਸਾਰੀ ਵਿਆਖਿਆ ਮਹਾਰਾਜ ਨੇ ਬਾਣੀ ਵਿੱਚ ਫਰਮਾਈ। ਅਸੀਂ ਸਮਝਣ ਵਾਲੇ ਤਾਂ ਹੋਈਏ। ਰਹਾਓ ਵਿਸ਼ਰਾਮ। ਚੋਆ ਚੰਦਨ ਅਗਰ ਕਪੂਰ। ਅੱਗੇ ਮਹਾਰਾਜ ਕਹਿੰਦੇ, ਕੋਈ ਮਨੁੱਖ ਤੁਹਾਡੇ ਵਿੱਚੋਂ ਰਾਜ ਭਾਗ ਛੱਡ ਕੇ, ਜੋਗ ਛੱਡ ਕੇ ਤੇ ਰਾਜਾ ਬਣ ਜਾਵੇ। ਕਈ ਰਾਜੇ ਜੋਗੀ ਹੋ ਗਏ, ਕਈ ਜੋਗੀ ਰਾਜੇ ਹੋ ਗਏ, ਬੜੀ ਹੈਰਾਨਗੀ ਦੀ ਗੱਲ ਆ। ਔਰ ਰਾਜਿਆਂ ਦੇ ਸਰੀਰ ਵਿੱਚ ਪ੍ਰਵੇਸ਼ ਕਰਕੇ ਮਿਸ਼ੰਦਰ ਨਾਥ ਵਰਗੇ ਵਿਕਾਰੀ ਹੁੰਦੇ ਰਹੇ, ਐਸਾ ਜ਼ਿਕਰ ਹੈ ਧਰਮ ਦੇ ਗ੍ਰੰਥਾਂ ਵਿੱਚ। ਨਾ ਹੁੰਦਾ ਤੇ ਅਸੀਂ ਕਹਿੰਦੇ ਨਾ। ਮਹਾਰਾਜ ਕਹਿੰਦੇ, ਜੇ ਤੁਹਾਡੇ ਵਿੱਚੋਂ ਕੋਈ ਹੱਠ ਜੋਗ ਨੂੰ ਛੱਡ ਕੇ ਇੱਛਾ ਕਰੇ ਮੈਂ ਰਾਜਾ ਬਣ ਜਾਵਾਂ, ਐ ਜੋਗੀਓ, ਮਹਾਰਾਜ ਕਹਿੰਦੇ ਯਾਦ ਰਹੇ, ਚੋਆ ਚੰਦਨ ਅਗਰ ਕਪੂਰ। ਸਰੀਰ ਤੇ ਕੋਈ ਚੰਦਨ ਦਾ ਛਿੜਕਾਓ ਕਰ ਲਵੇ, ਬੇਸ਼ਕੀਮਤੀ ਚੰਦਨ। ਚੰਦਨ ਸਿਰਫ ਹਿੰਦੁਸਤਾਨ ਵਿੱਚ ਹੁੰਦਾ ਤੇ ਹਿੰਦੁਸਤਾਨ ਦੇ ਵੀ ਕੁਝ ਇਲਾਕਿਆਂ ਵਿੱਚ ਹੁੰਦਾ। ਖਾਸ ਇਹਦੇ ਲਈ ਆਬੋ ਹਵਾ ਚਾਹੀਦੀ ਹੈ ਚੰਦਨ ਨੂੰ ਪੈਦਾ ਕਰਨ ਲਈ। ਚੰਦਨ ਜਿਹੜਾ ਹੈ ਇਹ ਟੰਨਾਂ ਜਾਂ ਕਿਲੋਆਂ ਦੇ ਹਿਸਾਬ ਦੇ ਨਾਲ ਨਹੀਂ, ਗ੍ਰਾਮਾਂ ਦੇ ਹਿਸਾਬ ਦੇ ਨਾਲ, ਸਟਾਕਾਂ ਦੇ ਹਿਸਾਬ ਦੇ ਨਾਲ ਵਿਕਦਾ। ਹਿੰਦੁਸਤਾਨ ਦੇ ਜਿਹੜੇ ਪੁਰਾਣੇ ਮੰਦਰ ਨੇ ਜਿਨ੍ਹਾਂ ਵਿੱਚ ਚੰਦਨ ਦੀ ਵਰਤੋਂ ਕੀਤੀ ਜਾਂਦੀ ਹੈ, ਆਪ ਜੀ ਨੂੰ ਪਤਾ ਹੋਵੇ ਕਿ ਨਾ ਸਰਕਾਰ ਦੇ ਖਜ਼ਾਨੇ ਚੋਂ ਉੱਥੇ ਚੰਦਨ ਆਉਂਦਾ। ਤੋ ਮਹਾਰਾਜ ਕਹਿੰਦੇ ਬੇਸ਼ਕੀਮਤੀ ਚੰਦਨ ਆਪਣੇ ਸਰੀਰ ਤੇ ਕੋਈ ਚੁਆ ਲਵੇ, ਚੰਦਨ ਦਾ ਛਿੜਕਾਓ ਕਰੇ, ਬਹੁਤ ਮਹਿੰਗਾ। ਅਗਰ, ਉੱਥੋਂ ਹੀ ਸ਼ਬਦ ਬਣਿਆ ਨਾ ਅਗਰਬੱਤੀ। ਸੋ ਇੱਧਰ ਅਸਾਮ ਵਾਲੇ ਪਾਸੇ ਇੱਕ ਰੁੱਖ ਹੁੰਦਾ, ਬ੍ਰਿਸ਼ ਹੁੰਦਾ, ਉਹਦੇ ਵਿੱਚੋਂ ਤੱਤ ਨਿਕਲਦਾ, ਬੜਾ ਸੁਗੰਧ ਵਾਲਾ, ਖੁਸ਼ਬੋਈ ਵਾਲਾ, ਬੜੇ ਢੰਗਾਂ ਨਾਲ ਕੱਢਿਆ ਜਾਂਦਾ। ਉਹ ਕੁੱਪਾ ਜਿਹਾ ਵੀ ਲਾ ਕੇ ਰੱਖ ਦਿੰਦੇ ਨੇ, ਉਹਦੇ ਵਿੱਚੋਂ ਰਸ ਚੋਂਦਾ ਰਹਿੰਦਾ। ਉੱਥੋਂ ਹੀ ਸ਼ਬਦ ਬਣਿਆ ਅਗਰਬੱਤੀ। ਤੇ ਕਪੂਰ ਸੁਗੰਧ ਵਾਲਾ। ਮਾਇਆ ਮਗਨ ਪਰਮ ਪਦ ਦੂਰ। ਮਹਾਰਾਜ ਕਹਿੰਦੇ ਐਨੇ ਪਦ ਪਦਾਰਥ ਬੇਸ਼ਕੀਮਤੀ ਸੁਗੰਧਾਂ ਹੋਣ, ਮਾਇਆ ਵਿੱਚ ਮਗਨ ਹੋਇਆ ਪਰਮ ਪਦਵੀ ਕਿਹੜੀ, ਸਿਮਰ ਸੁਆਮੀ ਅੰਤਰ ਜਾਮੀ, ਮਾਨੁਖ ਦੇਹ ਕਾ ਇਹ ਉਤਮ ਫਲ। ਉਹ ਉੱਤਮ ਪਦਵੀ, ਜੀਵਨ ਪਦਵੀ ਹਰ ਕੇ ਦਾਸ,
ਜਿਨ ਮਿਲਿਆ ਆਤਮ ਪ੍ਰਗਾਸ ਮਹਾਰਾਜ ਨੇ ਆਖਿਆ। ਉਹ ਪਰਮ ਪਦਵੀ ਦੂਰ ਹੋ ਜਾਂਦੀ ਨਾ ਪਦਾਰਥਾਂ ਵਿੱਚ ਪਿਆ, ਨਾਮ ਵਿਸਾਰਿਆ ਸਭ ਕੂੜੋ ਕੂੜ। ਨਾਮ ਨੂੰ ਭੁਲਾ ਕੇ ਸਭ ਝੂਠ ਹੀ ਝੂਠ, ਸਭ ਝੂਠ ਦਾ ਹੀ ਪਸਾਰਾ। ਜੇ ਹਿਰਦੇ ਵਿੱਚ ਨਾਮ ਆ ਫਿਰ ਸੁਗੰਧੀਆਂ ਤੁਰੇ ਅਖੀਰ। ਮਹਾਰਾਜ ਨੇ ਆਖਿਆ ਸਭ ਕੁਛ ਪ੍ਰਮਾਣ ਨੀਕ ਆ। ਜੇ ਹਿਰਦੇ ਵਿੱਚ ਨਾਮ ਨਹੀਂ ਤੇ ਚੋਆ ਚੰਦਨ ਅਗਰ ਕਪੂਰ, ਸਭ ਪਰਮ ਪਦਵੀ ਤੋਂ ਦੂਰ ਕਰਨ ਵਾਲੇ ਪਦ ਪਦਾਰਥ ਨੇ। ਘਸ ਕੁੰਕਮ ਚੰਦਨ ਗਾਰਿਆ, ਬਿਨ ਨੈਨੋ ਜਗਤ ਨਿਹਾਰਿਆ। ਮਹਾਰਾਜ ਨੇ ਆਖਿਆ ਉਹ ਮਨੁੱਖ ਬਿਨਾਂ ਨੇਤਰਾਂ ਤੋਂ ਭਾਵ ਅੰਧੇ ਨੇ, ਜਿਹੜੇ ਨਾਮ ਨੂੰ ਭੁਲਾ ਕੇ ਸਰੀਰ ਤੇ ਸੁਗੰਧੀਆਂ ਮਲਦੇ। ਸਰੀਰ ਤੇ ਸੁਗੰਧੀਆਂ ਮਲੀਆਂ ਜਾਣ ਇਹਦਾ ਕੋਈ ਸਬੱਬ ਵੀ ਨਹੀਂ। ਸਭ ਤੋਂ ਭੈੜਾ ਤਾਂ ਮਨੁੱਖੀ ਸਰੀਰ ਹੈ। ਗ੍ਰੰਥਾਂ ਵਿੱਚ ਲਿਖਿਆ ਇਸ ਤੋਂ ਭੈੜਾ ਕੁਝ ਵੀ ਨਹੀਂ ਜਹਾਨ ਤੇ। ਗੁਰੂ ਬਾਬਾ ਨਾਨਕ ਸਾਹਿਬ ਜੀ ਮਹਾਰਾਜ ਦੇ ਅੰਮ੍ਰਿਤ ਬਚਨ ਰਬਾਬੀ ਸਿੰਘ ਗਾ ਰਹੇ ਸਨ। ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ ਲੂਣ। ਅੰਨ ਵੀ ਦੇਵਤਾ, ਪਾਣੀ ਵਰਣ ਦੇਵਤਾ, ਬੈਸੰਤਰ ਅੱਗ, ਲੂਣ ਵੀ ਦੇਵਤਾ। ਫਿਰ ਪੰਜਵਾਂ ਪਾ ਕਿਰਤ ਤਾਂ ਹੋਆ ਪਾਕ ਪਵਿੱਤ। ਪੰਜਵਾਂ ਦੇਵਤਾ ਘਿਓ ਪਵਿੱਤਰ ਮੰਨਿਆ। ਔਰ ਇਹ ਪੰਜ ਦੇਵਤੇ ਪਵਿੱਤਰ ਨੇ, ਪਰ ਪਾਪੀ ਸਿਉਂ ਤਨ ਗੱਡਿਆ। ਇਹ ਪੰਜ ਦੇਵਤੇ, ਇਸ ਤੋਂ ਛੁੱਟ ਹੋਰ ਵੀ ਦੇਵਤੇ, ਪਾਪੀ ਸਿਉਂ ਤਨ ਗੱਡਿਆ। ਇਹਨੂੰ ਅਨਵੇਂ ਕਰਕੇ ਪੜ੍ਹੀਏ ਜਿਵੇਂ ਮਹਾਂਪੁਰਖ ਪੜ੍ਹਾਇਆ ਕਰਦੇ ਅਰਥ ਵਿਧੀ। ਅਰਥਾਂ ਨੂੰ ਸਮਝਣ ਵਾਸਤੇ ਸ਼ਬਦ ਨੂੰ ਇੱਧਰ ਉੱਧਰ ਕਰ ਲੈਣਾ ਸਮਝਣ ਵਾਸਤੇ। ਜਿਵੇਂ ਰਹਿ ਰਾਸ ਵਿੱਚ ਪੜ੍ਹਦੇ ਆਪਾਂ, ਸੁਣ ਕੇ ਜਮ ਕੇ ਦੂਤ ਨਾਏ ਤੇਰਾ ਛੱਡ ਜਾਹੇ। ਜੇ ਅਨਵੇਂ ਕਰ ਲਈਏ ਨਾਏ ਤੇਰਾ ਸੁਣ ਕੇ ਜਮਦੂਤ ਛੱਡ ਜਾਹੇ ਤਾਂ ਉਹ ਸਿੱਧਾ ਹੀ ਸਮਝ ਆ ਜਾਂਦਾ। ਸਿਰਫ ਅਰਥਾਂ ਵਾਸਤੇ ਇੱਕ ਅਰਥਾਂ ਦੀ ਵਿਧੀ ਆ ਅਨਵੇਂ ਕਰ ਲੈਣਾ, ਸ਼ਬਦਾਂ ਨੂੰ ਇੱਧਰ ਉੱਧਰ ਕਰ ਲੈਣਾ। ਤਾਂ ਇਸੇ ਪ੍ਰਕਾਰ ਮਹਾਰਾਜ ਕਹਿੰਦੇ ਨੇ ਜੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਨਹੀਂ ਤੇ ਫਿਰ ਕੁਝ ਵੀ ਨਹੀਂ। ਤੇ ਜੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਆ ਤੇ ਫਿਰ ਸਭ ਪਦ ਪਦਾਰਥ ਹਾਸਲ ਕੀਤੀਆਂ ਹੋਈਆਂ ਸੰਸਾਰ ਦੀਆਂ ਸਭ ਨੇਮਤਾਂ ਬਖਸ਼ਿਸ਼ਾਂ ਜਿਹੜੀਆਂ ਨੇ ਉਹ ਲਾਭਦਾਇਕ ਨੇ। ਨਾਮ ਵਿਸਾਰਿਆ ਸਭ ਕੂੜੋ ਕੂੜ। ਨਾਮ ਤੋਂ ਬਿਨਾਂ ਸਭ ਕੂੜ ਆ। ਕੂੜ ਇਸ ਲਈ ਹੈ ਕਿ ਪਾਪੀ ਸਿਉਂ ਤਨ ਗੱਡਿਆ। ਪਾਪੀ ਤਨ ਸਿਉਂ ਗੱਡਿਆ। ਪਾਪੀ ਸਰੀਰ ਦੇ ਨਾਲ ਮਿਲੇ ਇਹ ਦੇਵਤੇ ਔਰ ਥੁੱਕਾਂ ਪਈਆਂ ਤਿੱਤ। ਉਹਨਾਂ ਪਦਾਰਥਾਂ ਨੂੰ ਜਿਨ੍ਹਾਂ ਨੂੰ ਦੇਖ ਕੇ ਮੂੰਹ ਵਿੱਚੋਂ ਪਾਣੀ ਵਹਿੰਦਾ ਸੀ, ਸਰੀਰ ਦੀ ਸੰਗਤ ਕੀਤੀ ਕੁਛ ਘੰਟੇ, ਉਹਨਾਂ ਪਦਾਰਥਾਂ ਨੂੰ ਥੁੱਕਾਂ ਪਈਆਂ। ਇੰਨਾ ਭੈੜਾ ਹੈ ਸਾਡਾ ਸਰੀਰ। ਇਹਦੇ ਉੱਪਰ ਫਿਰ ਕਾਸਲੀ ਸੁਗੰਧੀਆਂ ਲਗਾਉਣੀਆਂ। ਮਹਾਰਾਜ ਨੇ ਬਾਣੀ ਵਿੱਚ ਆਖਿਆ ਕਰਪੂਰ ਪੁਹਪ ਸੁਗੰਧਾ ਪਰਸ ਮਨੁੱਖ ਦੇਹੰ ਮਲੀਲੰ ਮੁੱਜਾ ਰੁਦਰ ਦੁਰਗੰਧਾ ਨਾਨਕ ਅਥ ਗਰਬੇਣ ਅਗਿਆਨਣੋ। ਕਰਪੂਰ, ਇੱਥੇ ਕਪੂਰ ਸ਼ਬਦ ਲਿਖਿਆ, ਉੱਥੇ ਮਹਾਰਾਜ ਨੇ ਕਰਪੂਰ ਲਿਖਿਆ। ਕਰਪੂਰ ਪੁਹਪ ਸੁਗੰਧਾ, ਪੁਹਪ ਫੁੱਲਾਂ ਦੀ ਸੁਗੰਧੀ। ਪਰਸ ਮਨੁੱਖ ਦੇਹੰ ਮਲੀਣੰ, ਪਰਸ ਛੋਹ ਕੇ ਮਨੁੱਖ ਦੀ ਦੇਹ ਨੂੰ ਤੇ ਮਲੀਨ ਹੋ ਜਾਂਦੇ। ਫੂਲ ਮਾਲ ਨਿਰਗੰਧ ਗਲੇ ਤੇ ਤਿਆਗੈ ਸਭ ਨਰ। ਪੰਡਤ ਗੁਲਾਬ ਸਿੰਘ ਜੀ ਦੇ ਬਚਨ ਨੇ। ਤਾਂ ਇਸ ਕਰਕੇ ਸਰੀਰ ਨਾਪਾਕ ਹੈ, ਅਪਵਿੱਤਰ ਹੈ। ਜੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਨਹੀਂ ਤਾਂ ਮਹਾਰਾਜ ਕਹਿੰਦੇ ਸਭ ਪਸਾਰੇ ਜੋ ਸਰੀਰ ਦੇ ਨਾਲ ਸੰਬੰਧਿਤ ਅਸੀਂ ਪਸਾਰਦੇ ਹਾਂ ਝੂਠੇ ਹੀ ਝੂਠੇ ਹਾਂ। ਨਾਨਕ ਵਖਾਣਾ ਬੇਨਤੀ ਤੁਧ ਬਾਝ ਕੂੜੋ ਕੂੜ। ਫਿਰ ਨੇਜੇ ਵਾਜੇ ਤਖਤ ਸਲਾਮ। ਨੇਜਾ ਹਥਿਆਰ ਆ। ਛੋਟੀ ਬਰਛੀ ਹੁੰਦੀ ਆ, ਵੱਡਾ ਬਰਛਾ ਜਾਂ ਭਾਲਾ ਵੀ ਕਹਿ ਦਿੰਦੇ, ਵੈਸੇ ਫਰਕ ਹੁੰਦਾ ਭਾਲੇ ਤੇ ਬਰਛੇ ਵਿੱਚ। ਇੱਕ ਨੇਜਾ ਹੁੰਦਾ ਵੱਡ ਆਕਾਰੀ। ਪਹਿਲਾਂ ਪੁਰਾਣੇ ਜ਼ਮਾਨਿਆਂ ਵਿੱਚ ਕਿਸੇ ਕੈਦੀ ਨੂੰ ਫੜ ਕੇ ਲੈ ਕੇ ਜਾਣਾ ਹੁੰਦਾ ਸੀਗਾ ਤੇ ਨੇਜੇ ਦੀ ਨੋਕ ਤੇ ਲੈ ਕੇ ਜਾਂਦੇ ਸਨ। ਦੋ ਤਰ੍ਹਾਂ ਦੇ ਸ਼ਸਤਰ ਹੁੰਦੇ ਨੇ, ਇੱਕ ਸ਼ਸਤਰ ਹੁੰਦਾ, ਇੱਕ ਅਸਤਰ ਹੁੰਦਾ। ਜੋ ਹੱਥ ਵਿੱਚ ਫੜ ਕੇ ਚਲਾਇਆ ਜਾਵੇ, ਸ੍ਰੀ ਸਾਹਿਬ ਇਤਿਆਦਿਕ ਸ਼ਸਤਰ, ਜੋ ਦੂਰੋਂ ਵਗਾ ਕੇ ਮਾਰਿਆ ਜਾਵੇ, ਬੰਦੂਕ ਗੋਲੀ ਇਤਿਆਦਿਕ ਤੀਰ ਇਤਿਆਦਿਕ, ਉਹ ਅਸਤਰ ਹੁੰਦਾ। ਇੱਕ ਹੋਰ ਤੀਸਰਾ ਸ਼ਬਦ ਉਸਤਾਦ ਬਜ਼ੁਰਗ ਲੋਕ ਪੜ੍ਹਾਇਆ ਕਰਦੇ ਸੀ, ਸ਼ਸਤਰ ਅਸਤਰ ਇਕੱਠਾ ਹੀ, ਜਿਹੜਾ ਫੜ ਕੇ ਵੀ ਚਲਾਇਆ ਜਾਵੇ ਤੇ ਛੱਡ ਕੇ ਵੀ ਚਲਾਇਆ ਜਾਵੇ। ਜਿਹੜਾ ਨੇਜਾ ਇਹ ਸ਼ਸਤਰ ਵੀ ਆ ਤੇ ਅਸਤਰ ਵੀ ਆ। ਦੂਰੋਂ ਵੀ ਵਗਾ ਕੇ ਮਾਰਿਆ ਜਾਂਦਾ ਭਾਲਾ। ਲੋਕ ਅੱਜ ਵੀ ਸੁੱਟਦੇ ਨੇ ਕਈ ਮੀਟਰਾਂ ਤੱਕ, ਇਹਨੂੰ ਵਗਾ ਕੇ ਮਾਰਦੇ ਨੇ। ਕਈ ਵਾਰੀ ਤੀਰ ਜਾਂ ਗੋਲੀ ਦਾ ਵੀ ਇਹ ਤੋਂ ਕੋਈ ਕੰਮ ਲਿਆ ਜਾਂਦਾ, ਉਹਨੂੰ ਨੇਜੇਬਾਜੀ ਕਹਿੰਦੇ ਨੇ। ਨੇਜੇ ਵਾਜੇ ਤਖਤ ਸਲਾਮ। ਮਹਾਰਾਜ ਕਹਿੰਦੇ ਕਿਸੇ ਦੇ ਕੋਲ ਇੰਨਾ ਰਾਜ ਭਾਗ ਸ਼ਾਹੀ ਠਾਠ ਬਾਠ ਹੋਵੇ ਕਿ ਸਨੱਧ ਬੱਧ ਸੂਰਮੇ ਚਫੇਰੇ ਉਹਦੇ ਖੜੇ ਹੋਣ ਸੇਵਾ ਦੇ ਵਾਸਤੇ, ਉਹਦੀ ਤਾਬੇਦਾਰੀ ਕਰਨ ਵਾਸਤੇ ਹੱਥਾਂ ਵਿੱਚ ਨੇਜੇ ਲੈ ਕੇ, ਤੇ ਜਿੱਧਰੋਂ ਦੀ ਉਹ ਜਾਂਦਾ ਹੋਵੇ ਵਾਜੇ ਵੱਜਦੇ ਹੋਣ। ਰਾਜੇ ਮਹਾਰਾਜੇ ਜਾਂਦੇ
ਤੇ ਵਾਜੇ ਵੱਜਦੇ, ਨੌਬਤਾਂ ਵੱਜਦੀਆਂ ਸਨ ਜਦੋਂ ਜਾਇਆ ਕਰਦੇ ਸੀ। ਮਹਾਰਾਜ ਨੇ ਇਹਦਾ ਜ਼ਿਕਰ ਬਾਣੀ ਵਿੱਚ ਵੀ ਕੀਤਾ। ਚੱਲਿਆ ਪਾਸਿਓਂ ਜਨਮ ਸਵਾਰ ਵਾਜਾ ਵਾਏ ਸੀ, ਮਾਨਸ ਕਿਆ ਵਿਚਾਰਾ ਤੇ ਲੋਕ ਸੁਣਾਏ ਸੀ, ਨਾਨਕ ਆਪ ਨਿਹਾਲ ਸਭ ਕੁਲ ਤਾਰ ਸੀ। ਔਰ ਮਹਾਰਾਜ ਕਹਿੰਦੇ ਮਨੁੱਖ ਬੈਠਾ ਹੋਵੇ ਤਖਤ ਤੇ ਹੁੰਦੀਆਂ ਹੁਣ ਸਲਾਮਾਂ, ਸਿਰ ਝੁਕਾਉਂਦੇ ਹੋਣ ਲੋਕ ਰਾਜੇ ਮਹਾਰਾਜੇ, ਅਧ ਕੀ ਤ੍ਰਿਸ਼ਨਾ ਵਿਆਪੇ ਕਾਮ। ਹੋਰ ਸਗੋਂ ਤ੍ਰਿਸ਼ਨਾ ਵੱਧਦੀ ਜਾਂਦੀ ਆ। ਪਹਿਲਾਂ ਬੰਦਾ ਸੋਚਦਾ ਕਿਤੇ ਗਲੀ ਮਹੱਲੇ ਦੇ ਕੌਂਸਲਰ ਹੀ ਬਣ ਜਾਈਏ, MLA ਬਣ ਜਾਈਏ, MP ਬਣ ਜਾਈਏ, ਪ੍ਰਧਾਨ ਮੰਤਰੀ। ਫਿਰ ਅਗਲਾ ਬੰਦਾ ਸੋਚਦਾ ਦੂਜੇ ਦੇਸ਼ ਦਾ ਖਿੱਤਾ ਵੀ ਮੇਰੇ ਦੇਸ਼ ਵਿੱਚ ਹੀ ਆ ਜਾਏ। ਰਾਜ ਪਿਆਰਾ ਰਾਜਿਆਂ ਲਿਖਿਆ ਹੋਇਆ, ਰਾਜ ਭਾਗ ਕਰਕੇ ਬੰਦਾ ਕਦੀ ਨਹੀਂ ਰੱਜਦਾ, ਇਹ ਹਕੀਕਤ ਹੈ। ਤੇ ਰਾਜ ਭਾਗ ਜੋ ਹੈ ਇਹ ਤ੍ਰਿਸ਼ਨਾ ਤੋਂ ਹੀ ਉਤਪੰਨ ਹੋਇਆ। ਰਾਜੇ ਸਿਰਫ ਤੇ ਸਿਰਫ ਮਨੁੱਖਾਂ ਵਿੱਚ ਹੁੰਦੇ ਨੇ, ਜਾਨਵਰਾਂ, ਜਨੌਰਾਂ, ਪਸ਼ੂਆਂ, ਪੰਛੀਆਂ ਵਿੱਚ ਕਿਧਰੇ ਕੋਈ ਰਾਜੇ ਨਹੀਂ ਹੁੰਦੇ। ਇਹ ਝੂਠੀ ਗੱਲ ਹੈ ਕਿ ਜੰਗਲ ਸ਼ੇਰ ਦਾ ਰਾਜਾ ਹੈ। ਕੌਣ ਕਹਿੰਦਾ ਕਿ ਜੰਗਲ ਸ਼ੇਰ ਦਾ ਰਾਜਾ ਹੈ? ਜੰਗਲੀਆਂ ਨੂੰ ਪੁੱਛ ਕੇ ਦੇਖੋ ਭਲਾ ਮੰਨਦੇ। ਇਹ ਤ੍ਰਿਸ਼ਨਾ ਤੋਂ ਹੀ ਉਤਪੰਨ ਹੋਈ ਆ ਰਾਜ ਭਾਗ ਦੀ ਜਿਹੜੀ ਬਿਰਤੀ ਆ। ਗੁਰੂ ਘਰ ਦੇ ਰਾਜੇ ਕਿਹੜੇ ਨੇ? ਮਹਾਰਾਜ ਨੇ ਬਾਣੀ ਵਿੱਚ ਆਖਿਆ ਹੋਇਆ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਜਿਹਦਾ ਮਨ ਮਹਾਰਾਜ ਦੇ ਨਾਮ ਦੇ ਵਿੱਚ ਭਿੱਜਿਆ ਉਹ ਸਾਰੀ ਸ੍ਰਿਸ਼ਟੀ ਦਾ ਰਾਜਾ। ਜਿਹਦਾ ਮਨ ਮਹਾਰਾਜ ਦੇ ਨਾਮ ਵਿੱਚ ਨਹੀਂ ਭਿੱਜਿਆ ਉਹ ਤ੍ਰਿਸ਼ਨਾ ਦਾ ਮਾਰਿਆ ਹੋਇਆ। ਵੈਸੇ ਹਰੇਕ ਬੰਦਾ ਰਾਜਾ ਬਣਨਾ ਚਾਹੁੰਦਾ। ਗ੍ਰੰਥਾਂ ਵਿੱਚ ਲਿਖਿਆ ਹੋਇਆ ਕਿ ਇਹ ਇਸ ਚੇਸਤਾ ਨੂੰ ਲੈ ਕੇ ਹੀ ਸੰਸਾਰ ਵਿੱਚ ਕਲੇਸ਼ ਨੇ। ਘਰ ਵਿੱਚ ਬੰਦਾ ਸੋਚਦਾ ਕਿ ਮੇਰਾ ਹੁਕਮ ਚੱਲੇ, ਕੋਈ ਹੁਕਮ ਅਦੂਲੀ ਨਾ ਕਰੇ। ਚਲੋ ਜੇ ਬਾਹਰ ਨਹੀਂ ਤਾਂ ਘੱਟੋ ਘੱਟ ਘਰ 'ਚ ਰਾਜੇ ਹੋਈਏ। ਫਿਰ ਬੰਦਾ ਸੋਚਦਾ ਜਿੱਥੇ ਮੈਂ ਕੰਮ ਕਰਦਾ ਉਸ ਦਫ਼ਤਰ 'ਚ ਮੈਂ ਰਾਜਾ ਹੋਵਾਂ, ਆਸ-ਪਾਸ ਪਿੰਡ ਸ਼ਹਿਰ ਮਹੱਲੇ 'ਚ ਰਾਜਾ ਹੋਵਾਂ। ਇਹ ਤ੍ਰਿਸ਼ਨਾ ਹੈ ਔਰ ਇਹ ਬੁਰੀ ਤੋਂ ਬੁਰੀ ਹੈ ਔਰ ਇਹ ਕਦੀ ਰੱਜਦੀ ਨਹੀਂ ਹੈ। ਇਹ ਇਤਨੀ ਸੂਖਮ ਹੈ ਕਿ ਇਹਨੂੰ ਸ਼ਬਦਾਂ ਵਿੱਚ ਨਹੀਂ ਬਿਆਨਿਆ ਜਾ ਸਕਦਾ। ਮਹਾਰਾਜ ਕਹਿੰਦੇ ਅਧ ਕੀ ਤ੍ਰਿਸ਼ਨਾ ਵਿਆਪੈ ਕਾਮ। ਇਸ ਮੰਦ ਵਾਸ਼ਨਾ ਦੇ ਸਦਕਾ ਸਗੋਂ ਹਿਰਦੇ ਵਿੱਚ ਕਾਮ ਚੇਸ਼ਟਾ ਵੱਧਦੀ ਆ, ਮੰਦ ਵਾਸ਼ਨਾ ਵੱਧਦੀ ਹੈ ਔਰ ਮਨੁੱਖ ਰੱਜਦਾ ਨਹੀਂ। ਬਿਨ ਹਰ ਜਾਚੇ ਭਗਤ ਨਾ ਨਾਮ। ਮਹਾਰਾਜ ਦਾ ਨਾਮ ਜਾਚੇ ਬਿਨਾ, ਮੰਗੇ ਬਿਨਾ ਪਰਮੇਸ਼ਰ ਦੀ ਭਗਤੀ ਨਹੀਂ ਮਿਲਦੀ ਔਰ ਜੀਵਨ ਨਹੀਂ ਸਫਲ ਹੁੰਦਾ। ਵਾਦ ਅਹੰਕਾਰ ਨਾ ਹੀ ਪ੍ਰਭ ਮੇਲਾ। ਅਸੀਂ ਕਈ ਵਾਰੀ ਅਹੰਕਾਰ ਨੂੰ ਅਹੰਕਾਰ ਪੜ੍ਹ ਦਿੰਦੇ ਹਾਂ, ਘੱਗਾ ਤੇ ਕਿਧਰੇ ਵੀ ਨਹੀਂ। ਇਹ ਬਿਰਤੀ ਆ ਚਿੱਤ ਦੀ, ਅਹੰ ਭਾਵ, ਮਨ ਬੁੱਧ ਚਿੱਤ ਅਹੰ ਲਿਖਿਆ ਹੋਇਆ, ਜਿਵੇਂ ਚਤੁਸ਼ਟੈ ਅੰਤःਕਰਨ ਵੀ ਕਹਿੰਦੇ ਨੇ ਇਹਨੂੰ। ਵਾਦ ਅਹੰਕਾਰ ਨਾ ਹੀ ਪ੍ਰਭ ਮੇਲਾ। ਅੱਗੇ ਮਹਾਰਾਜ ਕਹਿੰਦੇ ਆ ਜੋਗੀ ਰੱਬ ਦੇ ਪਿਆਰਿਓ, ਗੋਰਖ ਮਤੇ ਦੇ ਰਹਿਣ ਵਾਲਿਓ, ਨਾਨਕ ਮਤੇ ਦੇ ਰਹਿਣ ਵਾਲੇ ਬਣੋ। ਤੇ ਜੇ ਤੁਸੀਂ ਸੋਚੋ ਕਿ ਅਸੀਂ ਵਿਦਿਆ ਪੜ੍ਹ ਕੇ ਵਾਦ ਵਿਵਾਦ ਕਰ ਲਈਏ, ਦਿਗਵਿਜੇ ਬਣ ਜਾਈਏ, ਪੂਰੀ ਦੁਨੀਆ ਨੂੰ ਜਿੱਤ ਲਈਏ ਵਿਦਿਆ ਦੇ ਸਦਕਾ, ਐਸੇ ਲੋਕ ਹੋਇਆ ਕਰਦੇ ਸਨ ਪਹਿਲਾਂ। ਮਹਾਰਾਜ ਕਹਿੰਦੇ ਵਾਦ ਕਰਕੇ, ਵਿਵਾਦ ਕਰਕੇ ਤੇ ਅਹੰਕਾਰ, ਤਕੱਬਰ ਕਰਕੇ ਰੱਬ ਨਹੀਂ ਮਿਲਦਾ। ਗੁਰੂ ਘਰ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਆਖਿਆ ਕਿ 4 ਤਰ੍ਹਾਂ ਦੀ ਚਰਚਾ ਵਾ। ਉਹਨਾਂ ਵਿੱਚੋਂ ਕੁਝ ਤਰ੍ਹਾਂ ਦੀ ਚਰਚਾ ਕਰਨ ਦੀ ਹਦਾਇਤ ਆ, ਕੁਝ ਤਰ੍ਹਾਂ ਦੀ ਚਰਚਾ ਦੀ ਮਨਾਹੀ ਆ। ਨਾ ਪਤਾ ਹੋਵੇ ਤੇ ਬਾਅਦ ਪੁੱਛ ਲੈਣਾ। ਪੁੱਛਣ ਵਾਲਾ ਹੀਣਤਾ ਭਾਵ ਨਾ ਲਿਆਵੇ ਤੇ ਦੱਸਣ ਵਾਲਾ ਹੰਕਾਰ ਨਾ ਕਰੇ ਕਿ ਮੈਂ ਇਹਨੂੰ ਦੱਸਿਆ ਹੈ। ਨਾ ਪੁੱਛਣ ਵਾਲੇ ਨੂੰ ਪਤਾ ਲੱਗੇ ਕਿ ਮੈਂ ਪੁੱਛਿਆ, ਨਾ ਦੱਸਣ ਵਾਲੇ ਨੂੰ ਪਤਾ ਲੱਗੇ ਮੈਂ ਦੱਸਿਆ ਹੈ। ਇਹ ਗੁਰਮਤ ਦਾ ਸਾਧ ਸੰਗਤ ਜੀ ਸੰਵਾਦ ਹੈ। ਔਰ ਇਸੇ ਪ੍ਰਕਾਰ ਵਿਦਿਆ ਪੜ੍ਹ ਕੇ, ਨਵੀਂ ਗੱਲ ਪੜ੍ਹ ਕੇ ਕੋਈ ਨਵਾਂ ਬਖੇੜਾ ਖੜਾ ਕਰਨਾ, ਇਹ ਨਿਹਾਇਤ ਨਾ ਵਾਕਫੀ, ਬੇਵਕੂਫੀ, ਅਗਿਆਨਤਾ, ਨਾ ਸਮਝੀ ਦੀ ਗੱਲ ਹੈ। ਔਰ ਵਿਵਾਦ ਤੇ ਆਮ ਗ੍ਰੰਥਾਂ ਵਿੱਚ ਲਿਖਿਆ ਹੋਇਆ ਵੀ ਇਹ ਲੱਸੀ ਦੀ ਤਰ੍ਹਾਂ ਹੁੰਦਾ, ਇਹਨੂੰ ਜਿੰਨਾ ਮਰਜ਼ੀ ਕੋਈ ਵਧਾ ਲਵੇ ਇਹ ਵੱਧਦਾ ਜਾਂਦਾ। ਇਹ ਚੁੱਪ ਦੇ ਨਾਲ ਹੀ ਸ਼ਾਂਤ ਹੁੰਦਾ, ਕਿਉਂਕਿ ਇਹ ਬੋਲ ਕੇ ਸ਼ੁਰੂ ਹੋਇਆ ਹੁੰਦਾ। ਇੱਕ ਕਥਾ ਪੜ੍ਹਾਈ ਸੀ ਬਚਪਨ ਵਿੱਚ ਉਸਤਾਦਾਂ ਨੇ, ਕਿਸੇ ਪਰਿਵਾਰ ਵਿੱਚ ਹਰ ਸਮੇਂ ਵਾਦ ਵਿਵਾਦ ਰਹਿੰਦਾ ਸੀ, ਸੱਸ ਅਤੇ ਨੂੰਹ ਦਾ। ਇਹ ਸਦੀਆਂ ਜਾਂ ਦਹਾਕਿਆਂ ਦਾ ਵਿਵਾਦ ਨਹੀਂ ਆ, ਕਰੋੜਾਂ ਸਾਲਾਂ ਦਾ ਇਹ ਵਿਵਾਦ ਆ ਤੇ ਆਉਣ ਵਾਲੇ ਲੱਖਾਂ ਸਾਲਾਂ ਤੱਕ ਰਹਿਣ ਦੀ ਇਹਦੀ ਉਮੀਦ ਆ, ਕਿਉਂਕਿ ਮਨੁੱਖ ਨੂੰ ਅਜੇ ਜ਼ਿੰਦਗੀ ਜਿਉਣ ਦੀ ਅਕਲ ਨਹੀਂ ਆਈ। ਉਸ ਘਰ ਵਿੱਚ ਆਈ ਹੋਈ ਨਵੀਂ ਨੂੰਹ ਬੇਟੀ ਸੋਝੀ ਵਾਲੀ ਸੀ, ਸਤਸੰਗੀ ਸੀ।
ਕਿਸੇ ਨਾਮ ਜਪਣ ਵਾਲੇ ਗੁਰਮੁਖ ਬਜ਼ੁਰਗ ਮਹਾਤਮਾ ਦੇ ਪਾਸ ਗਈ ਤੇ ਦੱਸਣ ਲੱਗੀ ਵੀ ਇਸ ਤਰ੍ਹਾਂ ਮੇਰੀ ਸੱਸ ਦੇ ਨਾਲ ਝਗੜਾ ਰਹਿੰਦਾ ਤੇ ਕੁਝ ਦੱਸੋ ਹਾਂ ਐਸਾ ਮੰਤਰ ਉਪਦੇਸ਼ ਵੀ ਝਗੜਾ ਮਿਟ ਜਾਵੇ। ਮਹਾਤਮਾ ਸੋਝੀ ਵਾਲੇ ਸਨ, ਠਰਮੇ ਵਾਲੇ ਸਨ। ਆਪਣੀ ਕੁਟੀਆ ਆਪਣੇ ਆਸ਼ਰਮ ਦੇ ਵਿੱਚ ਗਏ ਤੇ ਕਾਗਜ਼ ਪੇਪਰ ਦੀ ਇੱਕ ਪੁੜੀ ਜਿਹੀ ਬਣਾ ਕੇ ਉਹਨੂੰ ਵੱਟ ਕੇ ਦਿੱਤਾ ਤੇ ਕਿਹਾ ਕਿ ਇਹ ਬਹੁਤ ਗਹਿਰਾ ਮੰਤਰ ਹੈ, ਬੜਾ ਸ਼ਕਤੀਸ਼ਾਲੀ ਹੈ। ਅਸਲ ਵਿੱਚ ਇਹ ਮੰਤਰ ਨਹੀਂ ਆ, ਤੂੰ ਇਹਨੂੰ ਸਮਝ ਕੇ ਇਹਦੇ ਉੱਪਰ ਤੇਰੀ ਸੱਸ ਦਾ ਨਾਮ ਲਿਖਿਆ ਹੋਇਆ ਮੰਤਰ ਪੜ੍ਹ ਕੇ ਜਦੋਂ ਤੇਰੀ ਸੱਸ ਮਾਤਾ ਤੈਨੂੰ ਬੁਰਾ ਭਲਾ ਬੋਲਣਾ ਸ਼ੁਰੂ ਕਰੇ, ਇਹ ਮੰਤਰ ਜੇਬ 'ਚ ਰੱਖਣਾ, ਕਾਗਜ਼ ਜੇਬ 'ਚ ਰੱਖਣਾ, ਯਕਦਮ ਜੇਬ 'ਚੋਂ ਕੱਢ ਕੇ ਦੰਦਾਂ ਦੇ ਹੇਠ ਦਬਾ ਲੈਣਾ। ਜਿੰਨਾ ਘੁੱਟ ਕੇ ਦਬਾਵੇਂਗੀ ਓਨੀ ਜਲਦੀ ਤੇਰੀ ਸੱਸ ਤੇਰੇ ਗਲੋਂ ਲੱਥੇਗੀ। ਤੇ ਜੇ ਢਿੱਲਾ ਛੱਡਤਾ, ਦੰਦ ਢਿੱਲੇ ਛੱਡਤੇ, ਫਿਰ ਮੇਰੀ ਕੋਈ ਗਰੰਟੀ ਨਹੀਂ। ਘਰੇ ਗਈ, ਸੱਸ ਮਾਤਾ ਨੇ ਬੋਲਣਾ ਸ਼ੁਰੂ ਕਰ ਦਿੱਤਾ, ਪਤਾ ਨਹੀਂ ਕਿੱਥੋਂ ਆ ਗਈ, ਬਾਬਿਆਂ ਦੀ ਤੁਰੀ ਫਿਰਦੀ, ਨਾ ਇਹਨੂੰ ਕੋਈ ਸ਼ਰਮ ਨਾ ਹਯਾ, ਬੜਾ ਕੁਝ ਬੋਲਿਆ। ਉਹਨੇ ਜੇਬ ਦੇ ਵਿੱਚੋਂ ਪੁੜੀ ਕੱਢੀ, ਉਹ ਮੰਤਰ ਕੱਢਿਆ, ਪੇਪਰ ਕੱਢਿਆ, ਕਾਗਜ਼ ਕੱਢਿਆ, ਦੋਨਾਂ ਦੰਦਾਂ ਦੇ ਵਿਚਾਲੇ ਘੁੱਟ ਕੇ ਦੱਬਿਆ। ਹੁਣ ਸੱਸ ਵੀ ਤਾਂ ਆਖਰ ਇੱਕ ਔਰਤ ਸੀ, ਕਿੰਨਾ ਕੁ ਬੋਲਦੀ ਉਹ, ਅੱਧਾ ਘੰਟਾ 1 ਘੰਟਾ ਬੋਲ ਬੋਲ ਕੇ ਤੇ ਬੰਦੇ ਦਾ ਸਿਰ ਦੁਖਦਾ ਨਾ। ਬੜੀ ਹੈਰਾਨ ਹੋਈ ਵੀ ਮੈਂ ਇਹਨੂੰ ਇੰਨਾ ਕੁਛ ਬੋਲਿਆ, ਇਹਦੇ ਮਾਪੇ ਪੇਕੇ ਸਭ ਨੌਲੇ ਆ, ਇਹ ਤਾਂ ਅੱਗੋਂ ਕੋਈ ਜਵਾਬ ਹੀ ਨਹੀਂ ਦਿੰਦੀ। ਹੋਇਆ ਕੀ ਆਖਰ? ਉਹਨੂੰ ਵੀ ਆਪਣੇ ਆਪ ਤੇ ਸ਼ਰਮ ਜੀ ਮਹਿਸੂਸ ਹੋਵੇ ਕਿ ਮੈਂ ਇਹਨੂੰ ਬੁਰਾ ਭਲਾ ਬੋਲਦੀ ਆ, ਅੱਗੋਂ ਵਿਚਾਰੀ ਕੁਝ ਕਹਿੰਦੀ ਨਹੀਂ। ਉਹਦਾ ਹਿਰਦਾ ਵੀ ਪ੍ਰੇਮ ਪੂਰਨ ਹੋ ਗਿਆ। ਕੁਝ ਸਮੇਂ ਬਾਅਦ ਜਦੋਂ ਮਹਾਤਮਾ ਦੇ ਦਿੱਤੇ ਹੋਏ ਮੰਤਰ ਨੂੰ ਵਾਚਣ ਦੀ ਕੋਸ਼ਿਸ਼ ਕੀਤੀ, ਮਜ਼ੇਦਾਰ ਗੱਲ ਕਿ ਉਹ ਮਾਤਰ ਪੇਪਰ ਸਨ, ਸਿਰਫ ਕਾਗਜ਼ ਸਨ, ਉਹਦੇ ਵਿੱਚ ਕੁਛ ਨਾ ਸੀ। ਗ੍ਰੰਥਾਂ ਵਿੱਚ ਲਿਖਿਆ ਕਲਹ ਮੋਨ ਕਰਨਾਸ। ਜਿਹੜੀ ਕਲਾ ਕਲੇਸ਼ ਆ, ਇਹ ਮੋਨ ਧਾਰਨ ਕਰਨ ਦੇ ਨਾਲ, ਚੁੱਪ ਰਹਿਣ ਦੇ ਨਾਲ ਕਲੇਸ਼ ਨਾਸ ਹੋ ਜਾਂਦਾ। ਬੜੀ ਹੈਰਾਨਗੀ ਦੀ ਗੱਲ ਆ, ਗੁਰੂ ਘਰ ਵਿੱਚ ਰਹਿੰਦੇ ਹਾਂ ਸੋ 22-23 ਸਾਲ ਹੋ ਗਏ ਆ, ਬਚਪਨ ਤੋਂ ਹੀ ਪੰਥ ਦੇ ਟੁਕੜਿਆਂ ਤੇ ਅਸੀਂ ਪਲਣ ਰਹੇ ਹਾਂ। ਜਿਹੜੇ ਵਿਵਾਦ ਵਹਿੰਦੇ ਆਏ ਆ ਬਚਪਨ ਤੋਂ, ਉਹ ਵਿਵਾਦ ਅੱਜ ਵੀ ਚੱਲ ਰਹੇ ਨੇ, ਸਗੋਂ ਪ੍ਰਬਲ ਹੁੰਦੇ ਜਾ ਰਹੇ ਨੇ। ਧਿਰ ਬਣਦੀ ਜਾ ਰਹੀ ਹੈ ਇੱਕ ਬਹੁਤ ਵੱਡੀ। ਮੈਨੂੰ ਕੋਈ ਉਮੀਦ ਨਹੀਂ ਆ ਗਈ ਉਹਨਾਂ ਵਿਵਾਦਾਂ ਦੇ ਮਿਟਣ ਦੀ, ਤੇ ਇਸੇ ਕਰਕੇ ਉਹਨਾਂ ਵਿਵਾਦਾਂ ਵਿੱਚ, ਉਸ ਵਹਿਣ ਵਿੱਚ ਵਹਿਣ ਦੀ ਕਦੀ ਹੀਆ ਹੀ ਨਹੀਂ ਪਿਆ, ਕਿਉਂਕਿ ਉਹ ਵਿਵਾਦ ਗੈਰ ਜ਼ਰੂਰੀ ਹਨ। ਗੈਰ ਜ਼ਰੂਰੀ ਵਿਵਾਦ ਹੋਣ ਕਰਕੇ ਹੀ ਸਭ ਫਸਾਦ ਨੇ। ਕੋਈ ਉਹਦਾ ਉਪਚਾਰ ਨਹੀਂ ਮੌਨ ਤੋਂ ਬਿਨਾਂ, ਹੋਰ ਕੋਈ ਹੱਲ ਹੀ ਨਹੀਂ। ਕਦੀ ਸਵਾਲਾਂ ਨਾਲ ਵੀ ਸਵਾਲ ਹੱਲ ਹੋਏ ਨੇ? ਨਹੀਂ। ਅਸਲ ਵਿੱਚ ਸਵਾਲ ਜਵਾਬਾਂ ਨਾਲ ਵੀ ਨਹੀਂ ਹੱਲ ਹੁੰਦੇ, ਸਵਾਲ ਸਹਿਜ ਨਾਲ ਹੀ ਹੱਲ ਹੁੰਦੇ ਨੇ। ਤੋ ਮਹਾਰਾਜ ਕਹਿੰਦੇ ਵਾਦ ਅਹੰਕਾਰ ਨਾਹੀਂ ਪ੍ਰਭ ਮੇਲਾ। ਵਾਦ ਕਰਕੇ, ਅਹੰਕਾਰ ਕਰਕੇ ਪਰਮਾਤਮਾ ਦੇ ਨਾਲ ਨਹੀਂ ਮਿਲਿਆ ਜਾ ਸਕਦਾ। ਇਹਦੇ ਨਾਲ ਮਨ ਦਾ ਖਿੰਡਾਓ ਵੱਧਦਾ ਹੈ, ਬੋਲਣ ਵਾਲੇ ਦਾ ਵੀ, ਸੁਣਨ ਵਾਲੇ ਦਾ ਵੀ। ਔਰ ਜਿਹੜੇ ਸਾਡੇ ਧਰਮ ਦਾ ਸਭ ਤੋਂ ਵੱਡਾ ਰਹੱਸ ਹੈ ਕਥਾ, ਉਹਦੀ ਰੂਪ ਰੇਖਾ ਹੀ ਵਿਵਾਦ ਕਰਕੇ ਬਦਲ ਰਹੀ ਆ। ਕਥਾ ਹੋ ਰਹੀ, ਬੰਦਾ ਬਾਹਰੋਂ ਵੇਖੇ ਤੇ ਇਦਾਂ ਲੱਗਦਾ ਵੀ ਸ਼ਾਇਦ ਕਥਾ ਨਹੀਂ, ਕੋਈ ਢਾਡੀ ਸਿੰਘ ਜੀ ਵਾਰਾਂ ਗਾ ਰਹੇ ਹੋਣ, ਇੰਨੀ ਉੱਚੀ ਧੁਨ ਵਿੱਚ ਕਥਾ। ਜਦੋਂ ਕਿ ਕਥਾ ਦਾ ਇੱਕ ਆਪਣਾ ਰਹੱਸ ਆ, ਕਥਾ ਦਾ ਇੱਕ ਆਪਣਾ ਟਿਕਾਓ ਆ। ਔਰ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਵਾਜ ਸੱਚੇ ਸਤਿਗੁਰਾਂ ਤੋਂ ਹੱਥ ਉੱਚੇ ਕਰ ਕਰਕੇ ਲੋਕ ਬੋਲਦੇ ਨੇ। ਸਾਡੇ ਵਿਦਿਆਲੇ ਵਿੱਚ ਇੱਕ ਵਿਦਿਆਰਥੀ ਆਏ ਬਚਪਨ ਵਿੱਚ, ਉਹ ਹੋਰ ਵਿਦਿਆਲੇ 'ਚੋਂ ਆਏ ਸਨ, ਤੇ ਉਹਨਾਂ ਨੇ ਕਥਾ ਕਰਦਿਆਂ ਨਾ ਆਪਣਾ ਹੱਥ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਅੰਮ੍ਰਿਤ ਬਾਣੀ ਤੋਂ ਉੱਪਰ ਚੁੱਕ ਦਿੱਤਾ ਕਥਾ ਕਰਦਿਆਂ। ਸਾਡੇ ਬਾਬਾ ਜੀ ਨਾਲ ਕਥਾ ਸੁਣਦੇ ਸੀ, ਬਾਣੀ ਪੜ੍ਹਦੇ, ਸੰਗਤ ਵਿੱਚ ਬਹਿ ਕੇ ਬਹੁਤ ਤਪੇ। ਉਦੋਂ ਤੇ ਕੁਛ ਨਹੀਂ ਕੀਤਾ, ਕਥਾ ਕਰਕੇ ਉਹ ਆ ਗਏ, ਦੀਵਾਨ ਦੀ ਸਮਾਪਤੀ ਹੋ ਗਈ।
ਦਾਤਨ ਕਰਿਆ ਕਰਦੇ ਸਨ। ਵੱਡੀ ਸਾਰੀ ਮਰਜ਼ਾਦਾ ਪੰਥ ਵਿੱਚ ਦਾਤਨ ਦੀ ਆ, ਤੇ ਉਹ ਦਾਤਨ ਲੈ ਕੇ ਉਹਦੇ ਹੱਥਾਂ ਉਂਗਲਾਂ ਤੇ ਦਾਤਣਾ ਮਾਰੀਆਂ ਉਹਦੇ ਕੱਸ ਕੱਸ ਕੇ, ਤੇ ਕਹਿਣ ਲੱਗੇ ਇਹ ਹੱਥ ਇਹ ਉਂਗਲ ਅਖੇ ਮਹਾਰਾਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਵੱਲ ਕਰਦਾ ਸੀਗਾ। ਮੈਂ 10ਵੇਂ ਪਾਤਸ਼ਾਹ ਦਾ ਕੁੱਤਾ, ਤੂੰ ਮੇਰੇ ਵੱਲ ਉਂਗਲ ਕਰਕੇ ਵਿਖਾ, ਤੈਨੂੰ ਮੈਂ ਦੱਸਾਂ ਤੂੰ ਮੇਰੇ ਪਾਤਸ਼ਾਹ ਵੱਲ ਉਂਗਲ ਕਰਦਾ, ਤੇਰੀ ਹਿੰਮਤ ਕਿਵੇਂ ਬਈ ਮਹਾਰਾਜ ਵੱਲ ਉਂਗਲ ਕਰਨ ਦੀ। ਤੋ ਕਥਾ ਦੀ ਰੂਪ ਰੇਖਾ, ਕੀਰਤਨ ਦੀ ਰੂਪ ਰੇਖਾ ਵੀ ਬਦਲ ਗਈ ਆ, ਕਿਉਂਕਿ ਵਾਦ ਵਿਵਾਦ ਕਰਕੇ। ਜਦੋਂ ਅਸੀਂ ਕਿਸੇ ਵਾਦ ਵਿਵਾਦ ਦਾ ਜਵਾਬ ਦੇਣਾ ਹੋਏਗਾ, ਸਾਡੀ ਰੀੜ ਦੀ ਹੱਡੀ ਯਕਦਮ ਸਿੱਧੀ ਹੋ ਜਾਣੀ, ਸਾਡੇ ਬੋਲਾਂ 'ਚ ਉਤੇਜਨਾ ਆ ਜਾਣੀ, ਸਾਡੇ ਨੇਤਰ ਖੁੱਲ੍ਹ ਜਾਣੇ ਆ, ਸਾਡੀਆਂ ਅੱਖਾਂ ਤਾਂ ਚੁੱਕੀਆਂ ਜਾਣੀਆਂ, ਕਿਉਂਕਿ ਅਸੀਂ ਕਿਸੇ ਚੀਜ਼ ਦਾ ਜਵਾਬ ਦੇ ਰਹੇ ਹੁੰਦੇ ਹਾਂ। ਤੋ ਇਸ ਕਰਕੇ ਮੇਰੀ ਤਾਂ ਬੇਨਤੀ ਆ, ਮੈਂ ਤਾਂ ਅਕਸਰ ਹੀ ਬੇਨਤੀ ਕਰਦਾ ਵੀ ਕਦੇ ਮਨ ਕਰੇ ਮੋਬਾਈਲ ਦੀ ਕੋਈ ਵਰਤੋਂ ਕਰਨ ਦੀ ਤਾਂ ਪੁਰਾਣੇ ਮਹਾਂਪੁਰਖਾਂ ਦੇ ਰਿਕਾਰਡ ਕੱਢ ਕੇ ਵੇਖੋ। ਸ਼੍ਰੀ ਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਭਿੰਡਰਾਂ ਵਾਲੇ ਮਹਾਂਪੁਰਖ, ਜਿਨ੍ਹਾਂ ਨੇ 27 ਵਾਰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਕਥਾ ਕੀਤੀ। ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ, ਸੰਤ ਬਾਬਾ ਈਸਰ ਸਿੰਘ ਜੀ ਰਾੜੇ ਵਾਲੇ, ਸੰਤ ਮਹਾਰਾਜ ਸੰਤ ਦਲੇਲ ਸਿੰਘ ਜੀ ਨਰਮਲੇ ਵਿਰਕਤ ਮਹਾਂਪੁਰਖ, ਕਿੰਨੀ ਸਹਿਜ ਵਿੱਚ ਕਥਾ ਕਰਦੇ, ਫਿਰ ਵੀ ਕਿੰਨੇ ਮਾਈ ਭਾਈ ਉਹਨਾਂ ਨੇ ਗੁਰੂ ਘਰ ਦੇ ਨਾਲ ਜੋੜੇ। ਤਾਂ ਕਥਾ ਤਾਂ ਇੱਕ ਨਿਰੋਲ ਭਗਤੀ ਹੈ। ਜੇ ਕਿਸੇ ਮਨੁੱਖ ਦੀ, ਵਿਅਕਤੀ ਵਿਸ਼ੇਸ਼ ਦੀ ਵਡਿਆਈ ਨਾ ਕੀਤੀ ਜਾਵੇ, ਕਿਸੇ ਨੂੰ ਨਿਸ਼ਾਨਾ ਬਣਾ ਕੇ ਨਿੰਦਿਆ ਨਾ ਕੀਤੀ ਜਾਵੇ, ਤਾਂ ਕਥਾ ਤੋਂ ਵੱਡੀ ਕੋਈ ਭਗਤੀ ਨਹੀਂ ਹੈਗੀ। ਸਭ ਤੋਂ ਵੱਡੀ ਭਗਤੀ ਕਥਾ ਹੀ ਆ। ਮਹਾਰਾਜ ਨੇ ਬਾਣੀ ਵਿੱਚ ਕਥਾ ਦੀ ਦਾਤ ਮੰਗੀ, ਨਾਨਕ ਦਾਸਨ ਦਾਸ ਕਰੋ ਪ੍ਰਭ ਹਮ ਹਰ ਕਥਾ ਕਥਾਗੀ। ਭਗਤਾਂ ਨਾਮ ਆਧਾਰ ਹੈ ਮੇਰੇ ਗੋਬਿੰਦਾ, ਹਰ ਕਥਾ ਮੰਗੇ ਹਰ ਚੰਗੀ ਰਾਮ। ਉਹ ਪਰਮਾਤਮਾ ਦੇ ਕੋਲੋਂ ਚੰਗੀ ਕਥਾ ਮੰਗਦੇ, ਨਿਰੋਲ ਕਥਾ ਮੰਗਦੇ। ਸ਼੍ਰੀ ਅਖੰਡ ਕੀਰਤਨੀ ਜਥੇ ਦੇ ਗੁਰਮੁਖ ਸੰਤ ਭਾਈ ਰਣਧੀਰ ਸਿੰਘ ਸਾਹਿਬ ਜੀ, ਕੀਰਤਨ ਨੂੰ ਉਹਨਾਂ ਨੇ ਜੀਵਨ ਆਧਾਰ, ਪ੍ਰਾਣ ਆਧਾਰ ਬਣਾਇਆ, ਤੇ ਆਪ ਜੀ ਆਖਿਆ ਕਰਦੇ ਸੀ ਕਥਾ ਉਹ ਜਿਹੜੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਕਰ ਗਏ। 27 ਵਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਕਥਾ ਕੀਤੀ। 1947 ਤੋਂ ਲੈ ਕੇ ਤੇ ਕਰੀਬਨ ਹੁਣ ਤੱਕ ਆਪ ਜੀ ਦੇ ਵਿਦਿਆਰਥੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਹੋਏ, ਜਾਂ ਆਪ ਜੀ ਦੇ ਵਿਦਿਆਰਥੀਆਂ ਦੇ ਵਿਦਿਆਰਥੀ ਹਰਿਮੰਦਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਹੋਏ। 1947 ਤੋਂ ਲੈ ਕੇ ਕਰੀਬਨ ਕਿੰਨੇ ਵੱਡੇ ਉਹ ਵਿਦਵਾਨ ਹੋਣਗੇ, ਕਿੰਨੀ ਉਹਨਾਂ ਦੀ ਦੇਣ ਹੋਵੇਗੀ, ਆਪੇ ਹਿਸਾਬ ਲਗਾ ਲਓ। ਪਰ ਕਥਾ ਵਿੱਚ ਬਾਣੀ ਤੋਂ ਬਾਹਰ ਕਦੀ ਕੋਈ ਬਚਨ ਨਹੀਂ ਕੀਤਾ। ਨਿਰੋਲ ਤੇ ਨਿਰੋਲ ਬਾਣੀ ਦੀ ਗੱਲ, ਆਪਣੀ ਕੋਈ ਗੱਲ ਨਹੀਂ। ਤੋ ਇਸ ਕਰਕੇ ਵਾਸਤਵਿਕ ਕਥਾ ਇਹੋ ਹੀ ਆ। ਜੇ ਐਸੀ ਕੋਈ ਕਥਾ ਹੋਵੇ ਤਾਂ ਮਨ ਟਿਕਦਾ, ਪਰਮੇਸ਼ਰ ਦੇ ਨਾਲ ਸਾਡੀ ਨੇੜਤਾ ਬਣਦੀ ਆ, ਜਪਣ ਨੂੰ ਦਿਲ ਕਰਦਾ, ਗੁਰਮਤਿ ਦੇ ਅਸੀਂ ਨੇੜੇ ਜਾਂਦੇ ਹਾਂ। ਮਹਾਰਾਜ ਕਹਿੰਦੇ ਵਾਦ ਅਹੰਕਾਰ ਨਾਹੀ ਪ੍ਰਭ ਮੇਲਾ। ਵਾਦ ਕਰਕੇ ਤੇ ਹੰਕਾਰ ਕਰਕੇ ਰੱਬ ਨਾਲ ਨਹੀਂ ਮਿਲਿਆ ਜਾ ਸਕਦਾ। ਗ੍ਰੰਥਾਂ ਵਿੱਚ ਲਿਖਿਆ ਹੋਇਆ ਸਾਧ ਸੰਗਤ ਜੀਓ ਕਿ ਪ੍ਰਮਾਤਮਾ ਕਾਮੀ ਮਨੁੱਖ ਦਾ ਵੀ ਪਰਦਾ ਢੱਕ ਲੈਂਦਾ। ਪਰਮਾਤਮਾ ਲੋਭ ਦੇ ਮਾਰੇ ਲੋਭੀ ਬੰਦੇ ਨੂੰ ਵੀ ਬਖਸ਼ ਦਿੰਦਾ, ਮੋਹ ਦੇ ਮਾਰੇ ਗ੍ਰਸਤੀ ਨੂੰ ਵੀ ਰੱਬ ਬਖਸ਼ ਦਿੰਦਾ। ਹੈਰਾਨਗੀ ਦੀ ਗੱਲ ਹੈ, ਪਰਮਾਤਮਾ ਹੰਕਾਰੀ ਨੂੰ ਨਹੀਂ ਜੇ ਬਖਸ਼ਦਾ। ਹਰ ਹੰਕਾਰੀਆਂ ਮਾਰ ਨਿਵਾਏ ਮਨਮੁਖ ਮੂੜ ਸਾਧਿਆ। ਹਰ ਜੀਓ ਅਹੰਕਾਰ ਨਾ ਭਾਵਈ ਵੇਦ ਕੂਕ ਸੁਣਾਵਹਿ। ਅਹੰਕਾਰ ਮੋਏ ਸੇਵੇ ਗਤੀ ਗਏ ਮਰ ਜਨਮ ਹਿਆਵਹਿ। ਰੱਬ ਨੂੰ ਹੰਕਾਰ ਨਹੀਂ ਪਾਉਂਦਾ, ਜੋ ਮਰਜ਼ੀ ਉਹਨੂੰ ਚੰਗਾ ਲੱਗਦਾ, ਕੋਈ ਔਗਣ ਨਹੀਂ ਵਹਿੰਦਾ ਰੱਬ ਬੰਦੇ ਦੇ, ਕੋਈ ਔਗਣ ਨਹੀਂ ਵਹਿੰਦਾ। ਬੜੇ ਬੜੇ ਔਗਣੇ ਆਰੇ ਬੰਦੇ ਲੋਕਾਂ ਦੀਆਂ ਨਜ਼ਰਾਂ ਚੁੱਭਦੇ ਹੁੰਦੇ ਨੇ, ਰੱਬ ਦੇ ਨਵਾਜਿਆ ਹੁੰਦਾ ਉਹਨਾਂ ਨੂੰ। ਔਰ ਬਾਣੀ ਵਿੱਚ ਬਚਨ ਆਉਂਦਾ, ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਤਿਨਕਾ ਬਾਹਰ ਕਛ ਨਾ ਵਿਚਾਰੇ। ਸਭ ਕੁਝ ਬਰਦਾਸ਼ਤ ਕਰਦਾ ਰੱਬ, ਰੱਬ ਹੰਕਾਰ ਨਹੀਂ ਬਰਦਾਸ਼ਤ ਕਰਦਾ। ਹੰਕਾਰ ਹੀ ਬੁਰਾ ਹੈ। ਤੋ ਮਹਾਰਾਜ ਕਹਿੰਦੇ ਹੰਕਾਰ ਕਰਕੇ ਰੱਬ ਦੇ ਨਾਲ ਨਹੀਂ ਮਿਲਿਆ ਜਾ ਸਕਦਾ। ਪੁੱਛਿਆ ਸੀ ਨਾ, ਜਾਏ ਪੁੱਛੋ ਸੁਹਾਗਣੀ ਵਾਹੈ ਕਿੰਨੀ ਬਾਤੀ ਸਹੁ ਪਾਈ ਹੈ, ਕਿ ਸਹੁ ਕਿਵੇਂ ਮਿਲਦਾ। ਜਵਾਬ ਮਿਲਿਆ ਆਪ ਗਵਾਈਐ ਤਾਂ ਸਹੁ ਪਾਈਐ ਔਰ ਕੈਸੀ ਚਤੁਰਾਈ। ਮੈਂ ਖਾਲੀ ਸਵਾਲ ਤੇ ਜਵਾਬ ਦਾ ਜ਼ਿਕਰ ਕੀਤਾ, ਉੱਦਾਂ ਇਹ ਤੁਕਾਂ ਅੱਗੇ ਪਿੱਛੇ ਆਉਂਦੀਆਂ ਨੇ, ਆਪਾਂ ਸ਼ਬਦ ਹਜ਼ਾਰੇ ਵਿੱਚ ਪੜ੍ਹਦੇ ਹਾਂ। ਇਸ ਤਰ੍ਹਾਂ ਰੱਬ ਨਹੀਂ ਮਿਲਿਆ ਜਾ ਸਕਦਾ। ਨਮਰਤਾ ਪੂਰਨ ਹਿਰਦੇ ਨਾਲ ਪਰਮਾਤਮਾ ਨੂੰ ਮਿਲਿਆ ਜਾ ਸਕਦਾ। ਮਨ ਦੇ ਭਾਵਹਿ ਨਾਮ ਸੁਹੇਲਾ। ਮਹਾਰਾਜ ਕਹਿੰਦੇ ਰੱਬ ਦਾ ਸੁਹੇਲਾ ਨਾਮ, ਸੁਖੀ ਕਰਨ ਵਾਲਾ ਨਾਮ, ਸੁਹੇਲੜਾ ਨਾਮ ਮਨ ਦੇ ਕੇ ਪਾਇਆ ਜਾਂਦਾ। ਉਹਦੀ ਕੀਮਤ ਮਨ ਹੈ ਭਾਈ। ਮਨ ਤੋਂ ਬਿਨਾ, ਮਨ ਦਿੱਤੇ ਬਿਨਾ ਰੱਬ ਨਹੀਂ ਮਿਲਦਾ। ਪੁੱਛਿਆ ਸੀ
ਕਿ ਕਿਵੇਂ ਮਿਲਦਾ। ਕੰਚਨ ਸਿਉ ਪਾਈਆ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਚਿਤ ਸਿਮਰਨ ਕਰੋ ਨੈਣ ਅਵਿਲੋਕਨੋ, ਸ਼ਰਵਨ ਬਾਣੀ ਸੁਜਸ ਪੂਰ ਰਾਖੋ। ਮਨ ਸੋ ਮਦ ਕਰ ਕਰੋ ਚਰਨ ਹਿਰਦੈ ਧਰੋ, ਰਸਨ ਅੰਮ੍ਰਿਤ ਰਾਮ ਨਾਮ ਭਾਖੋ। ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਘਟੈ, ਮੈਂ ਤੋ ਮੋਲ ਮਹਿੰਗੀ ਲਈ ਜੀ ਸੱਟੈ। ਜੀ ਦੇ ਸੱਟੇ ਇਹ ਪ੍ਰੀਤੀ ਮਿਲਦੀ, ਮਨ ਦੇ ਕੇ ਪਰਮਾਤਮਾ ਨੂੰ ਪਾਇਆ ਜਾਂਦਾ। ਮਨ ਦੇਣਾ ਸਭ ਤੋਂ ਜ਼ਿਆਦਾ ਕਠਿਨ ਆ, ਤਨ ਦੇ ਦੇਣ ਨਾਲੋਂ ਵੀ ਅਤੀ ਕਠਿਨ ਆ ਜਿਹੜਾ ਮਨ ਦੇਣਾ ਹੈ। ਜੇ ਮਨ ਵੇਚਾਂਗੇ ਤੇ ਕਾਰਜ ਹੀ ਤਾਂ ਰਾਸ ਹੋਣੇ ਨੇ, ਉਦਾਂ ਨਹੀਂ ਹੋਣੇ। ਮਹਾਰਾਜ ਕਹਿੰਦੇ ਦੂਜਾ ਭਾਏ ਅਗਿਆਨ ਦੁਹੇਲਾ, ਜਿਨ੍ਹਾਂ ਨੇ ਮਨ ਨਹੀਂ ਦਿੱਤਾ, ਜਿਹੜੇ ਵਾਦ ਅਤੇ ਅਹੰਕਾਰ ਵਿੱਚ ਜਿਉਂਦੇ ਨੇ, ਉਹ ਮਹਾਰਾਜ ਕਹਿੰਦੇ ਅਗਿਆਨੀ ਨੇ ਤੇ ਦੁਹੇਲਾ ਦੁਖੀ ਨੇ, ਦਵੈਤ ਭਾਵ ਦੇ ਵਿੱਚ। ਬਿਨ ਦਮ ਕੇ ਸੌਦਾ ਨਹੀਂ ਹਾਟ, ਦਮ ਦਮੜਾ, ਦਮੜਿਆਂ ਤੋਂ ਬਿਨਾਂ ਹੱਟੀ ਤੋਂ ਸੌਦਾ ਨਹੀਂ ਮਿਲਦਾ। ਤੇ ਬਿਨ ਬੋਹਿਤ ਸਾਗਰ ਨਹੀਂ ਵਾਟ, ਬਿਨਾਂ ਬੋਹਿਤ ਤੋਂ ਸਾਗਰ ਨਹੀਂ ਤੈਅ ਹੁੰਦਾ। ਸਾਗਰ ਦੀ ਵਾਟ, ਸਾਗਰ ਦੀ ਜੋ ਰਸਤਾ ਹੈ ਉਹ ਤੈਅ ਨਹੀਂ ਹੁੰਦਾ। ਇਵੇਂ ਬਿਨ ਗੁਰ ਸੇਵੇ ਘਾਟੇ ਘਾਟ, ਬਿਨਾਂ ਗੁਰੂ ਸੱਚੇ ਦੀ ਸੇਵਾ ਤੋਂ ਘਾਟਾ ਹੀ ਘਾਟਾ ਹੈ, ਕੁਛ ਨਹੀਂ ਮਿਲਦਾ। ਜਿਵੇਂ ਦਮੜਿਆਂ ਤੋਂ ਬਿਨਾਂ ਬਣੀਆਂ ਨੇ ਕੁਛ ਨਹੀਂ ਦੇਣਾ, ਬੋਹੇ ਤੋਂ ਬਿਨਾਂ ਸਾਗਰ ਨਹੀਂ ਤਰਿਆ ਜਾਣਾ, ਇਵੇਂ ਸੇਵਾ ਤੋਂ ਬਿਨਾਂ ਸਾਧ ਸੰਗਤ ਜੀ ਗੁਰੂ ਘਰ ਦੇ ਵਿੱਚ ਕੁਛ ਨਹੀਂ ਮਿਲਦਾ। ਇਹ ਹਕੀਕਤ ਆ। ਗੁਰ ਸੰਗਤ ਮੈਂ ਭਲੋ ਰਹਾਵਨ, ਭਜਨ ਟਹਿਲ ਕਰ ਕਾਲ ਬਿਤਾਵਨ। ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਸਾਹਿਬ ਜੀ ਨੇ ਖੀਰ ਖਾਣੇ ਸਿੱਖ ਨੂੰ ਕਿਹਾ ਸੀ। ਇਹ ਬਚਨ ਆਉਂਦੇ ਨੇ ਸੁਭਾਵਿਕ ਹੀ ਚੇਤੇ ਆ ਗਏ। ਜਿਹੜੀ ਤੁਸੀਂ ਸਾਖੀ ਸੁਣਦੇ ਹੋ ਨਾ, ਖੀਰ ਖਾਣਾ ਸਿੱਖ ਖੀਰ ਖਾ ਕੇ ਸੌਂ ਜਾਂਦਾ ਹੁੰਦਾ ਸੀ, ਕੁਛ ਨਹੀਂ ਸੀ ਕਰਦਾ। ਤੇ ਉਹਨੇ ਕਿਹਾ ਸੀ ਜੇ ਮਹਾਰਾਜ ਮੈਨੂੰ ਕਹਿਣਗੇ ਤਾਂ ਮੈਂ ਸੇਵਾ ਕਰਨੀ ਹੈ। ਬਾਬਾ ਬੁੱਢਾ ਜੀ ਸਾਹਿਬ ਜੀ ਨੇ ਉਹਦੀ ਤਾਂ ਹੀ ਆਖਿਆ ਸੀ ਕਿ ਗੁਰ ਸੰਗਤ ਮਹਿ ਭਲੋ ਰਹਾਵਨ, ਭਜਨ ਟਹਿਲ ਕਰ ਕਾਲ ਬਿਤਾਵਨ। ਕਿ ਗੁਰੂ ਘਰ ਦੇ ਵਿੱਚ ਰਹਿਣਾ ਤਾਂ ਭਲਾ ਜੇ ਭਜਨ ਕਰੀਏ, ਤੇ ਭਜਨ ਨਹੀਂ ਹੁੰਦਾ ਤੇ ਟਹਿਲ ਸੇਵਾ ਕਰੀਏ, ਦੋਵਾਂ ਚੋਂ ਇੱਕ ਚੀਜ਼। ਜਦੋਂ ਤੱਕ ਅਸੀਂ ਸੇਵਾ ਨਹੀਂ ਕਰਦੇ, ਭਜਨ ਨਹੀਂ ਕਰਦੇ, ਕੁਛ ਨਹੀਂ ਮਿਲਦਾ। ਹਾਂ ਕਈ ਵਾਰੀ ਇੱਦਾਂ ਹੁੰਦਾ ਕਿ ਜਿਹਦੇ ਕੋਲੋਂ ਅਸੀਂ ਅਰਦਾਸ ਕਰਾਉਂਦੇ ਹਾਂ ਆਪਣੀ ਕਮਾਈ ਦਿੰਦਾ, ਤੇ ਜਿਹੜੇ ਅਸਲ ਵਿੱਚ ਕਮਾਈ ਵਾਲੇ ਹੁੰਦੇ ਨੇ ਉਹ ਕਹਿੰਦੇ ਨੇ ਇੰਨੀ ਸੇਵਾ ਕਰ, ਇੰਨੀ ਬਾਣੀ ਪੜ੍ਹੀ, ਮੈਂ ਤੇਰੀ ਅਰਦਾਸ ਕਰ ਦੂੰਗਾ, ਕੋਈ ਇੱਦਾਂ ਦੀ ਗੱਲ ਨਹੀਂ, ਪਰ ਇੰਨੀ ਬਾਣੀ ਪੜ੍ਹ ਲਵੀਂ, ਪੜ੍ਹ ਕੇ ਦੱਸੀ, ਫਿਰ ਤੇਰੀ ਅਰਦਾਸ ਹੋਊਗੀ। ਦਮੜਿਆਂ ਤੋਂ ਬਿਨਾਂ ਕੁਛ ਨਹੀਂ ਮਿਲਦਾ। ਗੁਰੂ ਘਰ ਦੇ ਵਿੱਚ ਸੇਵਾ ਤੋਂ ਬਿਨਾਂ ਕੁਛ ਨਹੀਂ। ਸੇਵਾ ਕਰਨੀ ਅਤਿਅੰਤ ਜ਼ਰੂਰੀ ਹੈ ਭਾਈ। ਸੇਵਾ ਕਈ ਪ੍ਰਕਾਰ ਦੀ ਹੈ। ਮਨ ਬਾਣੀ ਸਰੀਰ ਕਰਕੇ ਸੇਵਾ, ਮਨ ਕਰਕੇ ਭਜਨ ਕਰਨਾ, ਸਰੀਰ ਕਰਕੇ ਸੇਵਾ ਕਰਨੀ, ਤੇ ਬਾਣੀ ਕਰਕੇ ਵੀ। ਜਿਵੇਂ ਇੱਕ ਪੰਡਤ ਸੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਦੇ ਵੇਲੇ, ਇਹਦਾ ਨਾਮ ਸੀ ਭਾਈ ਬੂਲਾ। ਇਹਨੇ ਕਿਹਾ ਮਹਾਰਾਜ ਮੈਂ ਕੀ ਸੇਵਾ ਕਰਾਂ, ਮੈਂ ਤਾਂ ਲੰਗਰ ਜਾਵਾਂ ਪ੍ਰਸ਼ਾਦਾ ਛਕਣ ਤੇ ਲੋਕ ਮੇਰੇ ਭਾਂਡੇ ਚੁੱਕ ਲੈਂਦੇ ਆ, ਵੀ ਤੂੰ ਕਥਾ ਕਰਦਾ ਵਾਂ, ਸਤਿਕਾਰ ਕਰਦੇ ਆ, ਤੇ ਮੇਰਾ ਕਿੱਦਾਂ ਭਲਾ ਹੋਵੇਗਾ, ਮੇਰੇ ਕੋਲ ਸੇਵਾ ਹੀ ਨਹੀਂ ਹੁੰਦੀ, ਮੈਨੂੰ ਤਾਂ ਆਪਣੇ ਭਾਂਡੇ ਲੋਕ ਮਾਂਜਣ ਦਿੰਦੇ। ਇੱਦਾਂ ਹੀ ਹੁੰਦਾ ਗੁਰੂ ਘਰਾਂ ਦੇ ਵਿੱਚ। ਤੇ ਮਹਾਰਾਜ ਇਹਨੂੰ ਕਹਿੰਦੇ ਪੋਥੀ ਲਿਖੋ ਸਫਲ ਗੁਰਬਾਨੀ, ਵੀ ਤੂੰ ਪੜ੍ਹਿਆ ਵਾ, ਬਾਣੀ ਦੀਆਂ ਪੋਥੀਆਂ ਲਿਖ, ਬੱਚਿਆਂ ਨੂੰ ਵਿਦਿਆ ਪੜ੍ਹਾ, ਤੇਰੀ ਇਹੋ ਸੇਵਾ। ਦੋ ਸਿੱਖ ਆਏ ਭਗਤ ਨਾਮਦੇਵ ਜੀ ਸਾਹਿਬ ਜੀ ਦੀ ਫੁਲਵਾੜੀ ਵਿੱਚੋਂ, ਸ਼ਿੰਬਾ ਘਰਾਣੇ ਵਿੱਚੋਂ ਸਨ। ਉਹਨਾਂ ਨੇ ਕਿਹਾ ਮਹਾਰਾਜ ਅਸੀਂ ਕਿਰਤ ਵਿਰਤ ਕਰਦੇ ਹਾਂ, ਭਜਨ ਨਹੀਂ ਹੁੰਦਾ। ਮਹਾਰਾਜ ਕਹਿੰਦੇ ਗੁਰਸਿੱਖਾਂ ਨੂੰ ਬਸਤਰ ਸਿਉਂ ਕੇ ਦਿਓ, ਪਰਮਾਤਮਾ ਤੁਹਾਡਾ ਪਰਦਾ ਢੱਕੇਗਾ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੀ ਕਥਾ ਹੁੰਦੀ ਹੈ। ਤੋ ਕਹਿਣ ਤੋਂ ਭਾਵ ਜਿਹਦਾ ਜੋ ਸੇਵਾ ਕਰ ਸਕਦਾ ਉਹਨੂੰ ਤਨ ਮਨ ਦੇ ਨਾਲ ਸੇਵਾ ਕਰਨੀ ਚਾਹੀਦੀ ਆ। ਧਨ ਦੀ ਸੇਵਾ ਬਾਅਦ ਦੀ, ਪਹਿਲਾਂ ਮਨ ਦੀ ਔਰ ਤਨ ਦੀ ਸੇਵਾ। ਮਨ ਕਰਕੇ ਭਜਨ ਕਰਨਾ, ਤਨ ਸਰੀਰ ਕਰਕੇ ਸੇਵਾ ਕਰਨੀ। ਸਭ ਤੋਂ ਉੱਤਮ ਸੇਵਾ ਜਿਹੜੀ ਸਾਧ ਸੰਗਤ ਜੀ, ਉਹ ਕੜਾਹ ਪ੍ਰਸ਼ਾਦ ਬਣਾਉਣ ਦੀ ਤੇ ਮਹਾਰਾਜ ਨੂੰ ਚੌਰ ਕਰਨ ਦੀ। ਇਹਦੇ ਲਈ ਸਿੱਖ ਅਧਿਕਾਰੀ ਚਾਹੀਦਾ ਹੈ। ਇਹਦਾ ਸਿੱਖ ਨੂੰ ਅਰਦਾਸ ਕਰਨੀ ਚਾਹੀਦੀ ਆ, ਸਿੱਖ ਕਿਤੇ ਬੇਅਮਰਤੀਆ ਨਾ ਮਰ ਜੇ। ਇਹ ਮਹਾਰਾਜ ਕਿਰਪਾ ਕਰਿਓ ਕੜਾਹ ਪ੍ਰਸ਼ਾਦ ਬਣਾਉਣ ਤੇ ਵਰਤਾਉਣ ਦੇ ਲਾਇਕ ਹੋ ਜਾਈਏ, ਕਿਉਂਕਿ ਕੜਾਹ ਪ੍ਰਸ਼ਾਦ ਉਹ ਹੀ ਬਣਾ ਵਰਤਾ ਸਕਦਾ ਜਿਹੜਾ ਮਰਜ਼ਾਦਾ ਵਿੱਚ ਆ। ਮਹਾਰਾਜ ਨੂੰ ਚੌਰ ਵੀ ਉਹ ਕਰ ਸਕਦਾ ਜਿਹੜਾ ਮਰਜ਼ਾਦਾ ਵਿੱਚ ਆ। ਅਸਲ ਵਿੱਚ ਇਹੋ ਹੀ ਮਰਜ਼ਾਦਾ, ਕਿਉਂਕਿ ਗੁਰੂ ਕਾ ਦਰਸ਼ਨ ਤੇ ਹਰੇਕ ਨੂੰ ਪ੍ਰਾਪਤ ਹੋ ਸਕਦਾ, ਗੁਰੂ ਕਾ ਪਰਸਨ ਹਰੇਕ ਨੂੰ ਨਹੀਂ ਪ੍ਰਾਪਤ ਹੋ ਸਕਦਾ। ਕਿ ਜਣਾ ਖਣਾ ਮਹਾਰਾਜ ਨੇ ਅੰਗਾਂ ਨੂੰ ਹੱਥ ਲਾਵੇ, ਮਹਾਰਾਜ ਦੇ ਪੀੜ੍ਹੇ ਸਾਹਿਬ ਨੂੰ ਹੱਥ ਲਾਵੇ, ਮਹਾਰਾਜ ਦੇ ਚੌਰ ਨੂੰ ਹੱਥ ਲਾਵੇ, ਇੱਦਾਂ ਨਹੀਂ ਹੈ। ਇਹ ਮਰਜ਼ਾਦਾ ਹੀ ਨਹੀਂ ਹੈ। ਦਰਸ਼ਨ ਹਰੇਕ ਨੂੰ, ਤੇ ਪਰਸਨ ਅਧਿਕਾਰੀ ਵੇਖ ਕੇ। ਤਾਂ ਕਰਕੇ ਭਾਈ ਦਰਸ਼ਨਾਂ ਦੇ ਅਧਿਕਾਰੀ ਤੇ ਅਸੀਂ ਹਾਂ। ਕੋਸ਼ਿਸ਼ ਕਰੀਏ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰੀਏ ਅਸੀਂ ਪਰਸਨਾਂ ਦੇ ਵੀ ਅਧਿਕਾਰੀ ਬਣ ਜਾਈਏ। ਸਭ ਤੋਂ ਉੱਤਮ ਸੇਵਾ ਕੜਾਹ ਪ੍ਰਸ਼ਾਦ ਬਣਾਉਣ ਦੀ, ਮਹਾਰਾਜ ਨੂੰ ਚੌਰ ਕਰਨ ਦੀ ਸੇਵਾ। ਪਰ ਇਹ ਅਧਿਕਾਰੀ ਵੇਖ ਕੇ ਤਿਆਰੀ ਕਰਨੀ ਪੈਂਦੀ ਇਹਦੇ ਲਈ ਆਪਣੇ ਆਪ ਦੀ। ਤੋ ਮਹਾਰਾਜ ਕਹਿੰਦੇ ਗੁਰੂ ਕੀ ਸੇਵਾ ਤੋਂ ਬਿਨਾਂ ਘਾਟਾ ਹੀ ਘਾਟਾ ਹੈ। ਤਿਸ ਕੋ ਵਾਹੋ ਵਾਹੋ ਜੇ ਵਾਟ ਦਿਖਾਵੇ। ਮਹਾਰਾਜ ਕਹਿੰਦੇ ਉਹਨੂੰ ਵਾਹੋ ਧੰਨ ਕਹੋ। ਜੀ ਹਾਂ, ਵਾਹੋ ਦਾ ਅਰਥ ਸ਼ਾਬਾਸ਼ ਵੀ ਹੁੰਦਾ। ਤੁਸੀਂ ਕਹੋ ਰੱਬ ਨੂੰ ਸ਼ਾਬਾਸ਼, ਬਾਣੀ 'ਚ ਰੱਬ ਨੂੰ ਵੀ ਸ਼ਾਬਾਸ਼। ਤਿੱਦਾ ਦਿੱਤਾ ਖਾਵਣਾ ਤਿਸ ਕਹੀਏ ਸ਼ਾਬਾਸ਼, ਤਿਸ ਗੁਰ ਨੂੰ ਸ਼ਾਬਾਸ਼ ਹੈ। ਮਹਾਰਾਜ ਨੇ ਆਖਿਆ। 'ਸਾਡੀ ਸ਼ਾਬਾਸ਼ੀ ਤੇ ਪੁਰਾਣੇ ਸਮੇਂ ਦੀ ਸ਼ਾਬਾਸ਼ੀ ਵਿੱਚ ਬਹੁਤ ਫਰਕ ਆ। 'ਸਾਡੀ ਸ਼ਾਬਾਸ਼ੀ ਤੇ ਪੁਰਾਣੇ ਸਮੇਂ ਦੀ ਸ਼ਾਬਾਸ਼ੀ ਵਿੱਚ ਬਹੁਤ ਫਰਕ ਆ। 'ਸਾਡੀ ਸ਼ਾਬਾਸ਼ੀ ਤੇ ਪੁਰਾਣੇ ਸਮੇਂ ਦੀ ਸ਼ਾਬਾਸ਼ੀ ਵਿੱਚ ਬਹੁਤ ਫਰਕ ਆ। 'ਸਾਡੀ ਸ਼ਾਬਾਸ਼ੀ ਤੇ ਪੁਰਾਣੇ ਸਮੇਂ ਦੀ ਸ਼ਾਬਾਸ਼ੀ ਵਿੱਚ ਬਹੁਤ ਫਰਕ ਆ। 'ਸਾਡੀ ਸ਼ਾਬਾਸ਼ੀ ਤੇ ਪੁਰਾਣੇ ਸਮੇਂ ਦੀ ਸ਼ਾਬਾਸ਼ੀ ਵਿੱਚ ਬਹੁਤ ਫਰਕ ਆ। 'ਸਾਡੀ ਸ਼ਾਬਾਸ਼ੀ ਤੇ ਪੁਰਾਣੇ ਸਮੇਂ ਦੀ ਸ਼ਾਬਾਸ਼ੀ ਵਿੱਚ ਬਹੁਤ ਫਰਕ ਆ। 'ਸਾਡੀ ਸ਼ਾਬਾਸ਼ੀ ਤੇ ਪੁਰਾਣੇ ਸਮੇਂ ਦੀ ਸ਼ਾਬਾਸ਼ੀ ਵਿੱਚ ਬਹੁਤ ਫਰਕ ਆ। 'ਸਾਡੀ ਸ਼ਾਬਾਸ਼ੀ ਤੇ ਪੁਰਾਣੇ ਸਮੇਂ ਦੀ ਸ਼ਾਬਾਸ਼ੀ ਵਿੱਚ ਬਹੁਤ ਫਰਕ ਆ। 'ਸਾਡੀ ਸ਼ਾਬਾਸ਼ੀ ਤੇ ਪੁਰਾਣੇ ਸਮੇਂ ਦੀ ਸ਼ਾਬਾਸ਼ੀ ਵਿੱਚ ਬਹੁਤ ਫਰਕ ਆ। 'ਸਾਡੀ ਸ਼ਾਬਾਸ਼ੀ ਤੇ ਪੁਰਾਣੇ ਸਮੇਂ ਦੀ ਸ਼ਾਬਾਸ਼ੀ ਵਿੱਚ ਬਹੁਤ ਫਰਕ ਆ। 'ਸਾਡੀ ਸ਼ਾਬਾਸ਼ੀ ਤੇ ਪੁਰਾਣੇ ਸਮੇਂ ਦੀ ਸ਼ਾਬਾਸ਼ੀ ਵਿੱਚ ਬਹੁਤ ਫਰਕ ਆ। 'ਸਾਡੀ ਸ਼ਾਬਾਸ਼ੀ ਤੇ ਪੁਰਾਣੇ ਸਮੇਂ ਦੀ ਸ਼ਾਬਾਸ਼ੀ ਵਿੱਚ ਬਹੁਤ ਫਰਕ ਆ। 'ਸਾਡੀ ਸ਼ਾਬਾਸ਼ੀ ਤੇ ਪੁਰਾਣੇ ਸਮੇਂ ਦੀ ਸ਼ਾਬਾਸ਼ੀ ਵਿੱਚ ਬਹੁਤ ਫਰਕ ਆ। '
ਕਾਫੀ ਫਰਕ ਆ। ਮਹਾਰਾਜ ਕਹਿੰਦੇ ਉਸ ਪਰਮਾਤਮਾ ਨੂੰ ਸ਼ਾਬਾਸ਼ੀ, ਭਾਵ ਧੰਨ, ਜੀ ਹਾਂ ਧੰਨ ਕਹੀਏ, ਵਾਹੋ ਵਾਹੋ ਕਹੀਏ, ਉਹਨੂੰ ਧੰਨ ਧੰਨ ਕਹੀਏ। ਗੁਰੂ ਨੂੰ ਜੋ ਸਾਨੂੰ ਵਾਟ ਦਿਖਾਵੇ, ਰਸਤਾ ਦਿਖਾਉਂਦੇ ਨੇ ਤਰੁੱਠ ਕੇ, ਬਾਹਰ ਜਾਓ ਗੋਰੇ ਆਪਣੇ ਉੱਪਰ ਜਿਨ ਹਰ ਹਰ ਨਾਮ ਦ੍ਰਿੜਾਇਆ, ਤਿਸ ਕੋ ਵਾਹੋ ਵਾਹੋ ਜੇ ਸ਼ਬਦ ਸੁਣਾਵੇ। ਧੰਨ ਉਸ ਨੂੰ ਕਹੀਏ, ਸਦਕੇ ਜਾਈਏ, ਕੁਰਬਾਨ ਜਾਈਏ, ਜਾਨ ਨਿਸ਼ਾਰ ਹੋ ਜਾਈਏ, ਗਿਰਵਿਦਾ ਹੋ ਜਾਈਏ, ਫਿਦਾ ਹੋ ਜਾਈਏ, ਆਪਣਾ ਆਪ ਹੂਲ ਦਈਏ ਉਸ ਗੁਰੂ ਤੋਂ ਜਿਸ ਗੁਰੂ ਨੇ ਤਰੁੱਠ ਕੇ ਸ਼ਬਦ ਸੁਣਾਇਆ। ਤਿਸ ਕੋ ਵਾਹੋ ਵਾਹੋ ਜੇ ਮੇਲ ਮਿਲਾਵੇ। ਉਸ ਗੁਰੂ ਨੂੰ ਧੰਨ ਕਹੀਏ, ਜੀ ਹਾਂ ਸ਼ਾਬਾਸ਼ ਕਹੀਏ, ਸਦਕੇ ਜਾਈਏ, ਜੋ ਗੁਰੂ ਗਰੀਬ ਨਵਾਜ ਆਪਣੇ ਪਿਆਰਿਆਂ ਦੇ ਮੇਲ ਵਿੱਚ ਮਿਲਾ ਕੇ ਆਪਣੇ ਨਾਲ ਮਿਲਣ ਵਾਲੇ ਨੇ। ਪਹਿਲਾਂ ਪਿਆਰਿਆਂ ਨਾਲ ਮਿਲਦੇ ਨੇ। ਪਰਮਾਤਮਾ ਦੀ ਬਖਸ਼ਿਸ਼ ਦਾ ਇੱਕੋ ਇੱਕ ਪ੍ਰਮਾਣ ਹੈ ਕਿ ਆਪਣੇ ਪਿਆਰਿਆਂ ਨਾਲ ਮਿਲਦਾ। ਤਾਂ ਹੀ ਤੇ ਅਸੀਂ ਅਰਦਾਸ ਵਿੱਚ ਕਹਿੰਦੇ ਹਾਂ, ਸਹੀ ਪਿਆਰੇ ਮਿਲ ਜਿਨ੍ਹਾਂ ਮਿਲਿਆ, ਤੇਰਾ ਨਾਮ ਚਿਤ ਆਵੇ। ਮਾਧੋ ਸਾਧੂ ਜਾਂਦੇ ਹੋ ਮਿਲਾਏ, ਦੇਖ ਦਰਸ ਪਾਪ ਸਭ ਨਾਸੇ, ਪਵਿੱਤਰ ਪਰਮ ਪਦ ਪਾਏ। ਮਹਾਰਾਜ ਨੇ ਬਸੰਤ ਰਾਗ ਦੇ ਵਿੱਚ ਆਖਿਆ, ਵਾਹੋ ਵਾਹੋ ਤਿਸ ਕੋ ਜਿਸਕਾ ਇਹੋ ਜੀਓ, ਜੀ ਕੁਰਬਾਨ ਸਦਕੇ ਸ਼ਾਬਾਸ਼ੀ, ਧੰਨ ਧੰਨ ਕਹੀਏ ਉਸ ਨੂੰ ਜਿਸ ਦਾ ਦਿੱਤਾ ਹੋਇਆ ਜੀਓ ਪ੍ਰਾਨ ਹੈ। ਗੁਰ ਸ਼ਬਦੀ ਮੱਥ ਅੰਮ੍ਰਿਤ ਪੀਓ, ਗੁਰੂ ਕੇ ਸ਼ਬਦ ਉਪਦੇਸ਼ ਦੁਆਰਾ ਮੱਥ ਰਿੜਕ ਕੇ ਨਾਮ ਅੰਮ੍ਰਿਤ ਨੂੰ ਪੀਤਾ। ਸਹਿਜ ਬਿਲੋਵੋ ਜੈਸੇ ਤਤ ਨਾ ਜਾਈ। ਜਿਵੇਂ ਇੱਕ ਚਾਲ ਵਿੱਚ ਸਹਿਜ ਵਿੱਚ ਬਿਲੋਇਆ ਜਾਂਦਾ, ਰਿੜਕਿਆ ਜਾਂਦਾ, ਉਵੇਂ ਰਸਨਾ ਦੇ ਨਾਲ ਬਾਣੀ ਨੂੰ ਪੜ੍ਹਨਾ ਤੇ ਆਨੰਦ ਦੇ ਸਹਿਤ ਪੜ੍ਹਨਾ, ਤਾਂ ਕਿ ਉਹ ਪੜ੍ਹੀ ਹੋਈ ਬਾਣੀ ਸਾਡੇ ਸ਼ਰਵਣ ਦਾ ਸਰੋਤ ਦਾ ਹਿੱਸਾ ਬਣੇ। ਕਿਉਂਕਿ ਮੇਰੇ ਮਨ ਕਰਨ ਸੁਣ ਹਰ ਨਾਮ, ਕੰਨਾਂ ਦੇ ਦੁਆਰਾ ਹੀ ਸਾਡੇ ਮਨ ਨੇ ਨਾਮ ਸੁਣਨਾ, ਕੰਨਾਂ ਤੋਂ ਬਿਨਾਂ ਮਨ ਨਹੀਂ ਸੁਣ ਸਕਦਾ। ਜੇ ਕੰਨਾਂ ਨੂੰ ਸੁਣਾ ਕੇ ਜਪਾਂਗੇ ਹੋਰ ਜਪਣ ਨੂੰ ਦਿਲ ਕਰੇਗਾ। ਇਹ ਹਕੀਕਤ ਹੈ, ਨਹੀਂ ਯਕੀਨ ਆਉਂਦਾ ਤੇ ਅਨੁਭਵ ਕਰਕੇ ਦੇਖ ਲੈਣਾ। ਜੇ ਕੰਨਾਂ ਦੇ ਨਾਲ ਸੁਣਾਂਗੇ ਨਹੀਂ, ਮਾਤਰ ਜਪਾਂਗੇ, ਇੱਛਾ ਨੂੰ ਲੈ ਕੇ ਜਪਦੇ ਆ, ਇੱਛਾ ਪੂਰੀ ਹੋ ਸਕਦੀ ਪਰ ਆਨੰਦ ਨਹੀਂ ਆਉਣਾ। ਤਾਂ ਕਰਕੇ ਮੱਥ ਕੇ ਅੰਮ੍ਰਿਤ ਪੀਓ ਭਾਈ।